हाँ जी, सत श्री अकाल बाई सारिਆਂ ਨੂੰ ਸਕਸੈਸ ਟਰੀ ਪੰਜਾਬ ਦੇ YouTube ਚੈਨਲ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਜਿੰਨੇ ਵਿਦਿਆਰਥੀ ਜੁੜ ਚੁੱਕੇ ਆ ਮੈਂ ਉਮੀਦ ਕਰਦਾ ਕਿ ਕੁਝ ਜਾਣਕਾਰੀਆਂ ਨੇ ਜਿਹੜੀਆਂ ਸਾਰੇ ਵਿਦਿਆਰਥੀਆਂ ਕੋਲ ਪਹਿਲਾਂ ਹੀ ਪਹੁੰਚ ਚੁੱਕੀਆਂ ਨੇ ਕਿ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ ਅਲੱਗ-ਅਲੱਗ ਮਹਿਕਮਿਆਂ 'ਚ 16,000 ਦੇ ਕਰੀਬ ਭਰਤੀਆਂ ਜਿਹੜੀਆਂ ਕੱਢਣ ਦਾ ਫੈਸਲਾ ਕੀਤਾ ਹੈਗਾ। ਅਸੀਂ ਪਿਛਲੇ ਦਿਨਾਂ ਦੇ ਵਿੱਚ ਇਹ ਖਬਰਾਂ ਵੀ ਦੇਖੀਆਂ ਨੇ, ਪੰਜਾਬ ਸਰਕਾਰ ਦੇ ਨੁਮਾਇੰਦੇ ਵੀ ਲਗਾਤਾਰ ਇਹ ਬਿਆਨ ਦੇ ਰਹੇ ਨੇ ਕਿ ਅਲੱਗ-ਅਲੱਗ ਡਿਪਾਰਟਮੈਂਟਸ ਦੇ ਵਿੱਚ ਜਿਵੇਂ ਅਸੀਂ ਪਿਛਲਾ ਪੂਰੇ ਦਾ ਪੂਰਾ ਅਕੈਡਮਿਕ ਸੈਸ਼ਨ ਦੇਖਿਆ, ਅਲੱਗ-ਅਲੱਗ ਵਿਭਾਗਾਂ ਦੇ ਵਿੱਚ PSSB ਨੇ PPSC ਨੇ ਨੌਕਰੀਆਂ ਕੱਢੀਆਂ ਸੀ, ਅਸੀਂ ਪੇਪਰ ਹੁੰਦੇ ਦੇਖੇ ਹੈ, ਰਿਜ਼ਲਟ ਆਏ ਨੇ, ਟਾਈਪਿੰਗ ਟੈਸਟ ਹੋਏ ਨੇ, ਤਾਂ ਉਵੇਂ ਹੀ ਅਗਲੇ ਅਕੈਡਮਿਕ ਸੈਸ਼ਨ ਦਾ ਪੂਰਾ ਕੈਲੰਡਰ ਜਾਰੀ ਕਰਨ ਜਾ ਰਹੇ ਨੇ। 16,000 ਭਰਤੀਆਂ ਦਾ ਉਹਨਾਂ ਨੇ ਨੋਟੀਫਿਕੇਸ਼ਨ ਇੱਕ ਵਾਰ ਆਊਟ ਕੀਤਾ ਹੈਗਾ। ਤਾਂ ਉਹ ਅਲੱਗ-ਅਲੱਗ ਵਿਭਾਗਾਂ ਦੇ ਵਿੱਚ ਕੁਝ PSSB ਵੱਲੋਂ ਕੁਝ PPSC ਵੱਲੋਂ ਕੱਢੀਆਂ ਜਾਣਗੀਆਂ, ਜਿਹਦੇ ਵਿੱਚ 1000 ਦੇ ਕਰੀਬ ਅਸੀਂ ਪਟਵਾਰੀ ਲਗਾਤਾਰ ਸੁਣ ਰਹੇ ਹਾਂ ਕਿ ਹਲੇ ਵੀ 1300-1400 ਤੋਂ ਜ਼ਿਆਦਾ ਪਟਵਾਰੀ ਦੀਆਂ ਭਰਤੀਆਂ ਪੰਜਾਬ ਦੇ ਵਿੱਚ ਖਾਲੀ ਪਈਆਂ ਨੇ, ਤਾਂ 1000 ਦੇ ਕਰੀਬ ਪੋਸਟਾਂ ਇਸ ਵਾਰ ਫੇਰ ਆਊਟ ਹੋਣ ਦੀ ਉਮੀਦ ਹੈ। ਇਸ ਤੋਂ ਬਿਨਾਂ PPSC ਦੇ ਵਿੱਚ ਨਾਇਬ ਤਹਿਸੀਲਦਾਰ ਦੁਬਾਰਾ ਕੱਢਿਆ ਜਾਣਾ ਹੈਗਾ। ਕਾਨੂੰਗੋ ਬਾਰੇ ਪੰਜਾਬ ਦੇ ਵਿੱਚ ਕਿਹਾ ਜਾ ਰਿਹਾ ADTO ਦੀਆਂ ਭਰਤੀਆਂ ਕੱਢੀਆਂ ਜਾ ਰਹੀਆਂ ਨੇ। PSSB ਨੇ ਸੀਨੀਅਰ ਅਸਿਸਟੈਂਟ ਦੀਆਂ ਭਰਤੀਆਂ ਆਊਟ ਕੀਤੀਆਂ ਹੋਈਆਂ ਨੇ। PPSC ਦਾ ਸੀਨੀਅਰ ਅਸਿਸਟੈਂਟ ਪਿਛਲੇ ਸਮੇਂ ਦਾ ਨਿਕਲਿਆ ਹੋਇਆ ਸੀਗਾ, ਉਹਦੀ ਡੇਟ ਅਨਾਊਂਸ ਹੋਣੀ ਹੈ, ਵੀਡੀਓ ਦਾ ਹਲੇ ਪੇਪਰ ਹੋਣਾ। ਤਾਂ ਜੇ ਆਪਾਂ ਪੇਪਰਾਂ ਦੀ ਗੱਲ ਕਰੀਏ ਤਾਂ ਵਿਭਾਗ ਦਰ ਵਿਭਾਗ ਕਾਫੀ ਪੋਸਟਾਂ ਨੇ ਜਿਹੜੀਆਂ ਆਊਟ ਹੋਈਆਂ ਨੇ, ਬਸ ਪੇਪਰ ਹੋਣੇ ਬਾਕੀ ਨੇ, ਜਾਂ ਫਿਰ ਅਗਲੇ ਸਮੇਂ ਦੇ ਵਿੱਚ ਅਸੀਂ ਆਊਟ ਹੁੰਦਿਆਂ ਦੇਖਾਂਗੇ। ਨੋਟੀਫਿਕੇਸ਼ਨ ਆਊਟ ਹੋਣ ਤੋਂ ਤੀਜੇ ਚੌਥੇ ਮਹੀਨੇ ਪੇਪਰ ਹੋਣਗੇ। ਇਹ ਸੀ ਪੰਜਾਬ ਦੀ ਗੱਲ। ਪਰ ਜੇ ਆਪਾਂ ਨਾਲ ਹੀ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਹਾਈ ਕੋਰਟ ਦਾ ਪੇਪਰ ਸਾਡਾ ਪਿਛਲੇ ਸਮੇਂ ਦੇ ਵਿੱਚ ਹੋ ਚੁੱਕਿਆ। ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਕਲਰਕ ਤੇ ਸਟੈਨੋ ਦੀਆਂ 700 ਦੇ ਕਰੀਬ ਭਰਤੀਆਂ ਆਊਟ ਕੀਤੀਆਂ ਹੋਈਆਂ ਸੀ, ਤਾਂ ਉਹਦਾ ਪੇਪਰ ਹੈ। ਉਮੀਦ ਕਰਦੇ ਹਾਂ ਕਿ 4 ਸਾਲ ਬਾਅਦ ਪੇਪਰ ਹੋਣ ਜਾ ਰਿਹਾ ਹੈ। ਚੰਗਾ ਇੱਕ ਵਧੀਆ ਪੇਪਰ ਹੋਊਗਾ। ਉਹਦੇ ਵਿੱਚ ਟਾਈਪਿੰਗ ਕਲਰਕ ਲਈ ਵੀ ਚਾਹੀਦੀ ਹੈ, ਸਟੈਨੋ ਲਈ ਵੀ ਚਾਹੀਦੀ ਹੈ। ਤਾਂ ਟਾਈਪਿੰਗ ਤੋਂ ਪਹਿਲਾਂ ਇੱਕ ਰਿਟਨ ਐਗਜ਼ਾਮ ਹੈ, ਜਿਹਦੀ ਪ੍ਰੈਪਰੇਸ਼ਨ ਦੇ ਲਈ ਬੱਚੇ ਹੁਣ ਤੋਂ ਹੀ ਕਮਰ ਕੱਸੇ ਕਰੀ ਬੈਠੇ ਨੇਗੇ। 4-6 ਮਹੀਨਿਆਂ ਨੂੰ ਜੇ ਅਸੀਂ ਜਨਵਰੀ ਜਾਂ ਫਰਵਰੀ ਦੇ ਵਿੱਚ ਐਕਸਪੈਕਟ ਕਰੀਏ ਕਿ ਪੇਪਰ ਹੋਊਗਾ, ਤਾਂ ਹੁਣ ਤੋਂ ਉਹਨਾਂ ਨੇ ਤਿਆਰੀ ਸ਼ੁਰੂ ਕੀਤੀ ਹੋਈ ਹੈ। ਤਾਂ ਇਹਨਾਂ ਤਮਾਮ ਐਗਜ਼ਾਮਸ ਦੇ ਲਈ ਸਕਸੈਸ ਟਰੀ ਪੰਜਾਬ ਵੱਲੋਂ ਪਿਛਲੇ ਸਮਿਆਂ ਦੇ ਵਿੱਚ ਜਦੋਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਨੋਟੀਫਿਕੇਸ਼ਨ ਜਾਰੀ ਕੀਤੀ, ਤਾਂ ਉਸ ਤੋਂ ਬਾਅਦ ਆਪਾਂ ਪੰਜਾਬ ਦਾ ਆਪਣੇ ਚੰਡੀਗੜ੍ਹ ਦਾ ਇੱਕ ਬੈਚ ਅਨਾਊਂਸ ਕੀਤਾ ਸੀਗਾ ਕਿ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਐਗਜ਼ਾਮ ਪੂਰਾ ਇਸ ਪੇਪਰ ਸਪੈਸੀਫਿਕ ਪੈਟਰਨ ਦੇ ਉੱਤੇ ਪੂਰਾ ਅਸੀਂ ਸਿਲੇਬਸ ਤਿਆਰ ਕਰਾਵਾਂਗੇ। ਤੁਹਾਡਾ ਇਸ ਬੈਚ ਦੇ ਵਿੱਚ ਸਿਲੇਬਸ ਪੂਰਾ ਕਰਾਵਾਂਗੇ, ਐਗਜ਼ਾਮ ਓਰੀਐਂਟਡ ਪ੍ਰੈਪਰੇਸ਼ਨ ਹੋਊਗੀ, ਰਿਵੀਜ਼ਨ ਹੋਊਗੀ, ਤਮਾਮ ਸਾਰੀਆਂ ਚੀਜ਼ਾਂ ਉਹਦੇ ਵਿੱਚ ਕਵਰ ਹੋਣਗੀਆਂ ਤੁਹਾਡੀਆਂ। ਤੇ ਨਾਲ ਹੀ ਨਾਲ ਜਦੋਂ ਪੰਜਾਬ ਦੇ ਵਿੱਚ ਅਗਲੇ ਕੈਲੰਡਰ ਈਅਰ ਦਾ ਨੋਟੀਫਿਕੇਸ਼ਨਸ ਆਊਟ ਹੋਣੀਆਂ ਸ਼ੁਰੂ ਹੋਈਆਂ, ਘੋਸ਼ਣਾਵਾਂ ਹੋਣੀਆਂ ਸ਼ੁਰੂ ਹੋਈਆਂ, ਤਾਂ ਪੰਜਾਬ ਦਾ ਵੀ ਇੱਕ ਫੁੱਲ ਸਿਲੇਬਸ ਬੈਚ ਜਿਹੜਾ ਕਿ ਮਾਸਟਰ ਕੋਰਸ 1.0 ਪਿਛਲੇ ਸਾਲ ਹੋਇਆ ਸੀ, ਸਾਡਾ 2.0 ਪਿਛਲੇ ਸਾਲ ਹੋਇਆ ਸੀ, ਤਾਂ ਇਸ ਸਾਲ ਉਸੇ ਲੜੀ ਦੇ ਵਿੱਚ ਉਸੇ ਪੈਟਰਨ ਦੇ ਉੱਤੇ ਬਸ ਨਵੇਂ ਸਵਾਲਾਂ ਦੀ ਫਾਰਮੇਸ਼ਨ ਜਿਹੜੀ ਕਿ ਅੱਜ ਕੱਲ੍ਹ ਦੇਖ ਰਹੇ ਆ, ਉਹਨਾਂ ਦੇ ਉੱਤੇ ਆਧਾਰਿਤ ਪੰਜਾਬ ਦਾ ਇੱਕ ਫੁੱਲ ਸਿਲੇਬਸ ਬੈਚ ਵੀ ਅਨਾਊਂਸ ਕੀਤਾ ਸੀ। ਤਾਂ ਇਹ ਦੋ ਬੈਚ ਨੇ ਜਿਹੜੇ, ਇਹ ਦੋਨੇ ਵੱਖਰੇ ਬੈਚ ਪਰ 4 ਹੀ ਸਤੰਬਰ ਨੂੰ ਸ਼ੁਰੂ ਹੋ ਰਹੇ ਨੇ। ਦੋਨੇ ਬੈਚ ਸੇਮ ਡੇ ਸੇਮ ਹੀ ਸਮੇਂ ਤੇ ਸਟਾਰਟ ਹੋ ਰਹੇ ਨੇ। ਤਾਂ ਇਹਨਾਂ ਦੋਨਾਂ ਅਲੱਗ-ਅਲੱਗ ਬੈਚਾਂ ਦਾ ਮੈਂ ਜੋ ਤੁਹਾਡੇ ਨਾਲ ਟਾਈਮ ਟੇਬਲ ਸਾਂਝਾ ਕਰੂੰਗਾ, ਤਾਂ ਉਸ ਟਾਈਮ ਟੇਬਲ ਤੋਂ ਪਹਿਲਾਂ ਮੈਂ ਇੱਕ ਬਰੀਫ ਕਰਕੇ ਕਿ ਇਹਨਾਂ ਦਾ ਸਿਲੇਬਸ ਕੀ ਹੈ ਜਿਹੜਾ ਆਪਾਂ ਪੂਰੇ ਬੈਚ ਦੇ ਵਿੱਚ ਕਵਰ ਕਰਨਾ, ਉਹ ਦੱਸਣ ਲੱਗਿਆ। ਤਾਂ ਜਿੰਨੇ ਵਿਦਿਆਰਥੀ ਸੈਸ਼ਨ ਨੂੰ ਦੇਖ ਰਹੇ ਨੇ, ਬਾਈ ਬਣ ਕੇ ਸੈਸ਼ਨ ਨੂੰ ਵੱਧ ਤੋਂ ਵੱਧ ਬੱਚਿਆਂ ਦੇ ਵਿੱਚ ਸ਼ੇਅਰ ਕਰ ਦਿਓ, ਲਾਈਕ ਕਰ ਦਿਓ ਸੈਸ਼ਨ ਨੂੰ। ਮੈਂ ਸਮਝਾਉਣਾ ਤੁਹਾਨੂੰ ਕਿ ਬੇਸਿਕਲੀ ਆਪਾਂ ਉਹ ਸਿਲੇਬਸ ਕਿਹੜਾ ਜਿਹੜਾ ਕਵਰ ਕਰਨਾ। ਤਾਂ ਪਹਿਲਾਂ ਮੈਂ ਚੰਡੀਗੜ੍ਹ ਵਾਲੇ ਬੈਚ ਦੀ ਗੱਲ ਕਰਾਂ ਤਾਂ ਜਿਹੜਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਐਗਜ਼ਾਮ ਹੈ ਸਾਡਾ, ਚੰਡੀਗੜ੍ਹ ਵਾਲਾ ਬੈਚ ਸਾਡਾ ਸਿਰਫ ਇਸ ਐਗਜ਼ਾਮ ਦੇ ਉੱਤੇ ਆਧਾਰਿਤ ਹੋਊਗਾ। ਤਾਂ ਇਸ ਬੈਚ ਦੇ ਵਿੱਚ ਪੂਰਾ ਸਿਲੇਬਸ ਸਬਜੈਕਟ ਵਾਈਜ਼ ਗੱਲ ਕਰੀਏ ਤਾਂ ਇੰਗਲਿਸ਼ ਦਾ ਸਾਰਾ ਸਿਲੇਬਸ ਰਹਿਣ ਵਾਲਾ ਹੈਗਾ। ਇੰਗਲਿਸ਼ ਦਾ ਜਿਹੜਾ ਆਪਾਂ ਪੰਜਾਬ ਦੇ ਪੇਪਰਾਂ 'ਚ ਦੇਖਦੇ ਹਾਂ, ਜਨਰਲ ਨੌਲੇਜ ਬਹੁਤ ਧਿਆਨ ਨਾਲ ਦੇਖਣ ਵਾਲੀ ਚੀਜ਼ ਹੈ ਕਿ GK ਦੇ ਵਿੱਚ ਚੰਡੀਗੜ੍ਹ ਵਾਲੇ ਪੇਪਰ ਦੇ ਵਿੱਚ ਅਵਾਰਡਸ ਐਂਡ ਆਨਰਸ ਯਾਨੀ ਕਿ ਸਾਡੀ ਸਟੈਟਿਕ GK, ਜਨਰਲ ਪੋਲਿਟੀ, ਸਪੋਰਟਸ, ਆਥਰਸ, ਟੌਪ ਇਵੈਂਟਸ, ਇਹ ਸਾਰੇ ਦਾ ਸਾਰਾ ਹਿੱਸਾ ਸਾਡਾ ਸਟੈਟਿਕ GK ਦਾ। ਜਨਰਲ ਪੋਲਿਟੀ ਵੀ ਜਿਹੜੀ ਪੋਲਿਟੀ ਦਾ ਸਟੈਟਿਕ ਪਾਰਟ ਹੁੰਦਾ ਹੈਗਾ ਉਹ ਹੋਣੀ ਹੈ, ਤੇ ਇਹ ਸਾਰੀ ਸਟੈਟਿਕ GK। ਤੇ ਇਹਦੇ ਨਾਲ ਚੰਡੀਗੜ੍ਹ ਹਿਸਟਰੀ ਯਾਨੀ ਕਿ ਚੰਡੀਗੜ੍ਹ GK ਪਲੱਸ ਚੰਡੀਗੜ੍ਹ ਹਿਸਟਰੀ, ਇਹ ਸਾਡਾ ਸਟੈਟਿਕ GK ਤੇ ਚੰਡੀਗੜ੍ਹ ਦੀ ਹਿਸਟਰੀ ਦਾ ਪਾਰਟ ਹੈ ਜਿਹੜਾ ਪੇਪਰ ਦੇ ਵਿੱਚ ਪੁੱਛਿਆ ਜਾਣਾ। ਇਸ ਤੋਂ ਬਾਅਦ ਕੰਪਿਊਟਰ ਅਸੀਂ ਪੰਜਾਬ ਦੇ ਪੇਪਰਾਂ ਦੀ ਗੱਲ ਕਰੀਏ ਜਾਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਪੇਪਰ ਦੀ ਗੱਲ ਕਰੀਏ, ਦੋਨਾਂ ਦਾ ਹੀ ਲੈਵਲ ਦਿਨ ਬ ਦਿਨ ਵੱਧਦਾ ਜਾਂਦਾ ਹੈਗਾ। ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਤੁਸੀਂ ਪਿਛਲਾ ਪੇਪਰ 2019 ਵਾਲਾ ਚੱਕ ਕੇ ਦੇਖ ਲਓ, ਉਹਦੇ ਵਿੱਚ ਚੰਗੇ ਲੈਵਲ ਦੇ ਕੰਪਿਊਟਰ ਦੇ ਸਵਾਲ ਪੁੱਛੇ ਗਏ ਨੇ। ਤੇ ਜੇ ਪੰਜਾਬ ਦੇ ਹੋਣ ਵਾਲੇ ਸਮੇਂ ਦੇ ਵਿੱਚ ਖਾਸ ਕਰਕੇ ਸੀਨੀਅਰ ਅਸਿਸਟੈਂਟ ਦੇ ਪੇਪਰ 'ਚ ਜਿਹੜੇ ਸਵਾਲ ਪੁੱਛੇ ਗਏ ਨੇ, ਪਟਵਾਰੀ ਤੇ ਐਕਸਾਈਜ਼ ਦੇ ਪੇਪਰ ਦੇ ਸਵਾਲ ਵੀ ਕੋਈ ਬਹੁਤੇ ਸੌਖੇ ਨਹੀਂ ਸੀ ਹੈਗੇ ਕਿ ਦੇਖਣ ਸਾਰ ਹੋ ਜਾਣਗੇ। ਤਾਂ ਕੰਪਿਊਟਰ ਦਾ ਓਵਰਆਲ ਸਿਲੇਬਸ ਸਾਰੇ ਇਮਤਿਹਾਨਾਂ ਦੇ ਲਈ ਥੋੜ੍ਹਾ ਜ਼ਿਆਦਾ ਜ਼ਰੂਰੀ ਹੋ ਗਿਆ, ਚੰਗੇ ਤਰੀਕੇ ਨਾਲ ਕਰਨ ਦੀ ਲੋੜ ਹੈਗੀ ਹੈ। ਤਾਂ ਕੰਪਿਊਟਰ ਦਾ ਸਿਲੇਬਸ ਹੈ, ਮੈਥ ਤੇ ਸਟੈਟਸ ਆਊ, ਨਾਲ ਰੀਜ਼ਨਿੰਗ ਆਊਗੀ। ਤਾਂ ਇਹ ਕੁਛ ਉਹ ਸਬਜੈਕਟ ਨੇ ਜਿਹੜੇ ਚੰਡੀਗੜ੍ਹ ਦਾ ਜਿਹੜਾ ਸਾਡਾ ਬੈਚ ਸਟਾਰਟ ਹੋ ਰਿਹਾ ਉਹਦੇ ਵਿੱਚ ਕਵਰ ਹੋਣਗੇ। ਤਾਂ ਤੁਸੀਂ ਸਬਜੈਕਟ ਵਾਈਜ਼ ਪੂਰੇ ਦਾ ਪੂਰਾ ਸਿਲੇਬਸ ਬੜੇ ਧਿਆਨ ਨਾਲ ਦੇਖ ਸਕਦੇ ਹੋ।
ਮੈਂ ਇਸ ਪੇਪਰ ਦਾ ਜਿਹੜਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਕਲਰਕ ਤੇ ਸਟੈਨੋ ਦਾ ਪੇਪਰ ਹੈ, ਇਸ ਪੇਪਰ ਦਾ ਤੁਹਾਨੂੰ ਪੈਟਰਨ ਵੀ ਦੱਸ ਦਿੰਦਾ ਕਿ ਇਹਦੇ ਵਿੱਚ ਤੁਹਾਡੇ 2 ਐਗਜ਼ਾਮ ਹੋਣਗੇ। ਇੱਕ ਪੇਪਰ 1 ਉਹਦੇ ਵਿੱਚ ਜੀਕੇ, ਜਿਹਦੇ ਵਿੱਚ ਸਟੈਟਿਕ ਤੇ ਚੰਡੀਗੜ੍ਹ ਹਿਸਟਰੀ ਵਾਲਾ ਪਾਰਟ ਸੀ, ਇੰਗਲਿਸ਼ ਤੇ ਕੰਪਿਊਟਰ। ਇਹ 100 ਨੰਬਰ ਦਾ ਪੇਪਰ ਹੈ, 40 ਦੀ ਜੀਕੇ, 40 ਦੀ ਇੰਗਲਿਸ਼ ਹੈ ਤੇ 20 ਨੰਬਰ ਦਾ ਕੰਪਿਊਟਰ ਹੈ। ਇਹ 2 ਘੰਟੇ ਦਾ ਵੱਖਰਾ ਪੇਪਰ ਹੈ 100 ਨੰਬਰਾਂ ਦਾ। ਤੇ ਇੱਕ ਪੇਪਰ 2 ਹੋਣਾ, ਉਹਦੇ ਵਿੱਚ ਮੈਥ, ਸਟੈਟਸ ਤੇ ਰੀਜ਼ਨਿੰਗ ਆਜੂ ਤੁਹਾਡੀ 40 30 ਤੇ 40 ਦੀ ਰੇਸ਼ੀਓ ਦੇ ਵਿੱਚ। 2 ਘੰਟੇ ਦਾ ਇੱਕ 100 ਨੰਬਰ ਦਾ ਵੱਖਰਾ ਪੇਪਰ ਹੋਣਾ। ਤਾਂ ਪੇਪਰ 1 ਤੇ ਪੇਪਰ 2 ਇਹ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਪੇਪਰ ਹੈ। ਤੇ ਨਾਲ ਹੀ ਜੇ ਆਪਾਂ ਪੰਜਾਬ ਦੇ ਇਮਤਿਹਾਨਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਚਾਹੇ ਤੁਸੀਂ PSSB ਦੇ ਪੇਪਰਾਂ ਦੀ ਗੱਲ ਕਰ ਲਓ, ਚਾਹੇ PPSC ਦੇ ਐਗਜ਼ਾਮਸ ਦੀ ਗੱਲ ਕਰ ਲਓ, ਦੇਖੋ ਲੈਵਲ ਦਾ ਫਰਕ ਰਹਿੰਦਾ ਹੈ। PSSB ਨਾਲੋਂ PPSC ਦਾ ਲੈਵਲ ਕਾਫੀ ਉਤਾਂਹ ਹੈ, ਪਰ PSSB ਦੇ ਵਿੱਚ ਵੀ ਜਦੋਂ ਵੱਖ-ਵੱਖ ਇਮਤਿਹਾਨਾਂ ਮਤਲਬ ਵੱਖ-ਵੱਖ ਵਿਭਾਗਾਂ ਦੇ ਮਤਲਬ ਪੇਪਰ ਆਊਟ ਹੁੰਦੇ ਨੇ, ਉਹਨਾਂ ਦੀਆਂ ਨੋਟੀਫਿਕੇਸ਼ਨਸ ਆਊਟ ਹੁੰਦੀਆਂ, ਤਾਂ ਉਹਨਾਂ ਦੇ ਪੇਪਰਾਂ ਦੇ ਵਿੱਚ ਵੀ ਲੈਵਲ ਦੀ ਵੇਰੀਏਸ਼ਨ ਦੇਖੀ ਜਾਂਦੀ ਹੈ। ਤਾਂ ਆਪਾਂ ਉਸ ਲੈਵਲ ਨੂੰ ਇੱਕ ਵਾਰ ਸਾਈਡ ਤੇ ਧਰ ਕੇ ਇਕੱਲੇ ਸਿਲੇਬਸ ਦੀ ਜੇ ਗੱਲ ਕਰੀਏ ਤਾਂ ਪੰਜਾਬ ਦੇ PSSB ਦੇ ਤੇ ਨਾਲ ਹੀ ਪੰਜਾਬ ਪੁਲਿਸ ਦੇ ਪੇਪਰ ਤੇ ਵਿੱਚ ਹੀ PPSC ਦਾ ਓਵਰਆਲ ਸਿਲੇਬਸ ਤੁਹਾਡਾ ਜੀਕੇ ਦਾ ਰਹੂਗਾ। ਜੀਕੇ ਜਿਹਦੇ ਵਿੱਚ ਸਾਰੀ ਦੀ ਸਾਰੀ ਜਨਰਲ ਸਟੱਡੀਜ਼ ਆ ਜਾਂਦੀ ਹੈ, ਉਹਦੇ ਵਿੱਚ ਸਾਡੇ ਹਿਸਟਰੀ, ਜੀਓਗ੍ਰਾਫੀ, ਪੋਲਿਟੀ, ਇਕਨੋਮਿਕਸ, ਇਨਵਾਇਰਨਮੈਂਟ ਆ ਜਾਣਗੇ। ਪੰਜਾਬ ਜੀਕੇ ਆ ਜਾਊਗੀ, ਸਟੈਟਿਕ ਜੀਕੇ ਵੀ ਆ ਜਾਂਦੀ ਹੈ, ਕਰੰਟ ਅਫੇਅਰ ਵੀ ਆ ਜਾਂਦਾ, ਉਹ ਸਾਡਾ ਇੱਕ ਪੂਰੇ ਦਾ ਪੂਰਾ ਪਾਰਟ ਹੈ। ਰੀਜ਼ਨਿੰਗ ਤੇ ਮੈਥ ਅਸੀਂ ਉਹ ਚੰਡੀਗੜ੍ਹ ਵਾਲੇ ਪੇਪਰ ਦੇ ਵਿੱਚ ਵੀ ਦੇਖਿਆ, ਰੀਜ਼ਨਿੰਗ ਤੇ ਮੈਥ ਸਾਰੇ ਦਾ ਸਾਰਾ ਉਹ ਪੰਜਾਬ ਦੇ ਸਿਲੇਬਸ ਦਾ ਪਾਰਟ ਹੈ। ਇੰਗਲਿਸ਼ ਜੋ ਚੰਡੀਗੜ੍ਹ ਵਾਲੇ ਪਾਸੇ ਦੇਖੇ ਸੀ ਉਹ ਇੱਧਰ ਵੀ ਹੈ, ਸਾਡੇ ਸਿਲੇਬਸ ਦਾ ਪਾਰਟ ਹੈ। ਪੰਜਾਬੀ ਸਾਡੇ ਪੰਜਾਬ ਦੇ ਪੇਪਰਾਂ 'ਚ ਆ ਜਾਂਦੀ ਹੈ। ਇਹ ਹਲੇ ਮੈਂ ਇਕੱਲੇ ਮੇਨਸ ਦੇ ਇੱਕ ਪੇਪਰ ਦਾ ਸਕਰੀਨਸ਼ਾਟ ਲਾਇਆਗਾ। ਪੰਜਾਬੀ ਦਾ ਕੁਆਲੀਫਾਈਂਗ ਪੇਪਰ ਅਸੀਂ ਪੰਜਾਬ ਪੁਲਿਸ ਦੇ ਪੇਪਰਾਂ 'ਚ ਵੀ ਦੇਖ ਰਹੇ ਹਾਂ, ਸਬ ਇੰਸਪੈਕਟਰ ਤੇ ਕਾਂਸਟੇਬਲ 'ਚ ਅਸੀਂ PSSB ਦੇ ਤਮਾਮ ਪੇਪਰਾਂ ਦੇ ਵਿੱਚ ਦੇਖ ਰਹੇ ਹਾਂ। ਬਸ PPSC ਹੈ ਜਿਹਨੇ ਹਲੇ ਪੰਜਾਬੀ ਦਾ ਆਪਸ਼ਨਲ ਜਿਹੜਾ ਕੁਆਲੀਫਾਈਂਗ ਪੇਪਰ ਹੈ ਉਹ ਨਹੀਂ ਪਾਉਣਾ ਸ਼ੁਰੂ ਕੀਤਾ। ਬਾਕੀ ਸਾਰੇ ਪੇਪਰਾਂ ਦੇ ਵਿੱਚ ਅਸੀਂ ਪੰਜਾਬੀ ਦਾ ਕੁਆਲੀਫਾਈਂਗ ਪੇਪਰ ਵੀ ਦੇਖ ਰਹੇ ਹਾਂ, ਉਹਦਾ ਵੀ ਆਲਮੋਸਟ ਸਿਲੇਬਸ ਇਹ ਸੇਮ ਰਹਿੰਦਾ। ਕੰਪਿਊਟਰ ਆ ਗਿਆ, ਪੰਜਾਬ ਹਿਸਟਰੀ ਆ ਗਈ। ਤਾਂ ਇਹ ਕੁਛ ਸਾਡਾ PSSB ਦਾ ਜਾਂ ਪੰਜਾਬ ਪੁਲਿਸ ਦੇ ਇਮਤਿਹਾਨ ਦਾ ਸਿਲੇਬਸ ਹੈ। ਤੇ ਜੇ ਅਸੀਂ PPSC ਦੀ ਗੱਲ ਕਰੀਏ ਤਾਂ PPSC ਦੇ ਲਈ ਬਸ ਤੁਸੀਂ ਕੰਪਿਊਟਰ ਤੇ ਪੰਜਾਬੀ ਚੱਕ ਦਿਓ, ਪੰਜਾਬ ਜੀਕੇ, ਸਾਰੀ ਦੀ ਸਾਰੀ GS, ਮੈਥ, ਰੀਜ਼ਨਿੰਗ ਤੇ ਇੱਕ ਇੰਗਲਿਸ਼ ਵੀ ਨਹੀਂ ਹੈਗੀ। ਤਾਂ ਇਹ ਕੁਛ ਸਿਲੇਬਸ ਹੈ ਜਿਹੜਾ ਸਾਡੇ PPSC ਦੇ ਪੇਪਰਾਂ 'ਚ ਆ ਜਾਂਦਾ। ਯਾਨੀ ਕਿ ਲੈਵਲ ਤਾਂ ਠਾਂ ਹੋ ਸਕਦਾ, ਪਰ ਓਵਰਆਲ ਸਿਲੇਬਸ ਪੰਜਾਬ ਦੇ ਕਿਸੇ ਵੀ ਪੇਪਰ ਦਾ ਇਹ ਰਹਿੰਦਾ ਹੈਗਾ, ਚਾਹੇ ਉਹਦੇ ਵਿੱਚ ਪੰਜਾਬ ਪੁਲਿਸ ਦੇ ਪੇਪਰ ਵੀ ਅਸੀਂ ਗੱਲ ਕਰ ਲਈਏ। ਤਾਂ ਹੁਣ ਜੇ ਆਪਾਂ ਗੱਲ ਕਰੀਏ ਕਿ ਜਿਹੜੇ ਸਕਸੈਸ ਟਰੀ ਪੰਜਾਬ ਤੇ 2 ਬੈਚ ਸਟਾਰਟ ਹੋ ਰਹੇ ਨੇ, ਉਹਦੇ ਵਿੱਚ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਕਲਰਕ ਦੇ ਲਈ ਤੇ ਪੰਜਾਬ ਦੇ ਸਾਰੇ ਐਗਜ਼ਾਮਸ ਦੇ ਲਈ ਮਾਸਟਰ ਕੋਰਸ ਸਟਾਰਟ ਹੋ ਰਿਹਾ। ਉਹਦੇ ਵਿੱਚ ਸਾਡੇ ਕਾਮਨ ਸਬਜੈਕਟਸ ਕਿਹੜੇ-ਕਿਹੜੇ ਆ? ਤਾਂ ਕਾਮਨ ਸਬਜੈਕਟਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਸਬਜੈਕਟ ਤੁਹਾਡਾ ਮੈਥਸ ਦਾ। ਮੈਥ ਮੈਂ ਨਾਲ ਮੈਂਸ਼ਨ ਕਰ ਦਿੰਦਾ ਕਿ ਇਹਦੇ ਵਿੱਚ DI ਵੀ ਹੈ। ਜੇ ਅਸੀਂ PPSC ਦੇ ਐਗਜ਼ਾਮਸ ਦੀ ਗੱਲ ਕਰੀਏ, ਅਸੀਂ 2 ਤਾਂ ਨਾਇਬ ਤਹਿਸੀਲਦਾਰ ਦੇ ਪੇਪਰ ਦੇਖ ਲਏ ਪਿਛਲੇ ਸਾਲ ਦਾ ਵੀ, ਇਸ ਸਾਲ ਜਿਹੜਾ ਦੁਬਾਰਾ ਹੋਇਆ ਕੋਆਪਰੇਟਿਵ ਇੰਸਪੈਕਟਰ ਦਾ ਪੇਪਰ ਦੇਖਿਆ। ਇਸ ਤੋਂ ਬਿਨਾਂ PPSC ਵੱਲੋਂ PCS ਦਾ ਪੇਪਰ ਲਿਆ ਜਾਂਦਾ। ਤਾਂ ਇਹਨਾਂ ਦੇ ਵਿੱਚ DI ਦੇ ਸਵਾਲ 8-10 ਪਾਏ ਜਾਂਦੇ ਨੇ ਤੇ ਵਧੀਆ ਲੈਵਲ ਦੇ ਪਾਏ ਜਾਂਦੇ ਨੇ। ਤੇ ਇਸ ਤੋਂ ਬਿਨਾਂ ਪੰਜਾਬ ਪੁਲਿਸ ਸਬ ਇੰਸਪੈਕਟਰ ਜਾਂ ਕਾਂਸਟੇਬਲ ਦੇ ਪੇਪਰਾਂ ਦੇ ਵਿੱਚ ਵੀ DI ਅਲੱਗ ਤੋਂ ਮੈਂਸ਼ਨ ਹੁੰਦੀ ਹੈ। DI ਦੇ ਕੁਐਸਚਨ ਅਸੀਂ ਉੱਥੇ ਵੀ ਦੇਖਦੇ ਹਾਂ। ਤਾਂ ਡਾਟਾ ਇੰਟਰਪ੍ਰੀਟੇਸ਼ਨ ਵੀ ਸਾਡੇ ਸਿਲੇਬਸ ਦਾ ਹਿੱਸਾ ਹੈ। ਸਾਰੇ ਦਾ ਸਾਰਾ ਮੈਥ ਤਾਂ ਸਾਡੇ ਸਿਲੇਬਸ ਦਾ ਹਿੱਸਾ ਹੈਗਾ ਹੀ ਹੈ। ਤਾਂ ਇਹ ਉਹ ਸਬਜੈਕਟ ਹੈ ਜਿਹੜਾ ਸਾਰੇ ਦਾ ਸਾਰਾ ਅਸੀਂ ਚੰਡੀਗੜ੍ਹ ਵਾਲੇ ਪਾਸੇ ਵੀ ਕਰਨਾ ਹੈ। ਹਾਲਾਂਕਿ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਪੇਪਰ 'ਚ ਅਸੀਂ ਡਾਟਾ ਇੰਟਰਪ੍ਰੀਟੇਸ਼ਨ ਨਹੀਂ ਕਰਨੀ, ਪਰ ਮੈਥ ਸਾਰੇ ਦਾ ਸਾਰਾ ਤੇ ਉਨਾ ਹੀ ਸਿਲੇਬਸ ਅਸੀਂ ਚੰਡੀਗੜ੍ਹ ਦੇ ਪੇਪਰ ਲਈ ਵੀ ਕਵਰ ਕਰਨਾ ਹੈ। ਮੈਥ ਜੇ ਪੰਜਾਬ ਦੇ ਪੇਪਰਾਂ ਦੀ ਗੱਲ ਕਰੀਏ ਤਾਂ ਅਸੀਂ ਘੱਟੋ ਘੱਟ ਨਾਇਬ ਤਹਿਸੀਲਦਾਰ ਦੇ ਲੈਵਲ ਨੂੰ ਮੈਚ ਕਰਦਾ ਤਾਂ ਸਿਲੇਬਸ ਕਵਰ ਕਰ ਹੀ ਲਵਾਂਗੇ। ਮੈਥ ਤੋਂ ਬਾਅਦ ਦੂਜਾ ਸਬਜੈਕਟ ਸਾਡਾ ਰੀਜ਼ਨਿੰਗ ਆ ਜਾਂਦਾ, ਜਿਹੜਾ ਦੋਨੇ ਪਾਸੇ ਕਾਮਨ ਹੈ। ਅਸੀਂ ਉਹਦੇ ਸਿਲੇਬਸ ਦੇ ਵਿੱਚ ਡਿਫਰੈਂਸ ਕਰਨ ਦੀ ਕੋਸ਼ਿਸ਼ ਕੀਤੀ ਕਿ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਵਿੱਚ ਰੀਜ਼ਨਿੰਗ ਦੇ ਜਿਹੜੇ ਟੌਪਿਕਸ ਨੇ ਉਹਦੇ ਵਿੱਚ ਵਰਬਲ ਹੈ, ਨੌਨ ਵਰਬਲ ਹੈ ਜਾਂ ਐਨਾਲੀਟੀਕਲ ਰੀਜ਼ਨਿੰਗ ਹੈ। ਤੇ ਪੰਜਾਬ ਦੇ ਪੇਪਰਾਂ ਦੇ ਵਿੱਚ ਚਾਹੇ PPSC ਹੈ, ਚਾਹੇ ਪੰਜਾਬ ਪੁਲਿਸ ਹੈ ਤੇ ਚਾਹੇ PSSB ਹੈ, ਅਸੀਂ ਦੋਨੇ ਪਾਸੇ ਰੀਜ਼ਨਿੰਗ ਦੇ ਸਿਲੇਬਸ ਨੂੰ ਡਿਫਰੈਂਸ਼ੀਏਟ ਕਰਨ ਦੀ ਕੋਸ਼ਿਸ਼ ਕੀਤੀ। ਤਾਂ 19-21 ਦਾ ਫਰਕ ਤਾਂ ਮਿਲਿਆ, ਪਰ ਇਸ ਬੈਚ ਦੇ ਵਿੱਚ ਜਿਹੜਾ ਪੰਜਾਬ ਦਾ ਬੈਚ ਸ਼ੁਰੂ ਕੀਤਾ ਜਾ ਰਿਹਾ ਤੇ ਚੰਡੀਗੜ੍ਹ ਦਾ ਬੈਚ ਸ਼ੁਰੂ ਕੀਤਾ ਜਾ ਰਿਹਾ, ਉਹਦੇ ਵਿੱਚ ਸਾਰੀ ਦੀ ਸਾਰੀ ਰੀਜ਼ਨਿੰਗ ਤੁਸੀਂ ਪੜ੍ਹੋਗੇ। ਤੀਜੇ ਨੰਬਰ ਤੇ ਬਾਈ ਸਾਡੀ ਆ ਗਈ ਇੰਗਲਿਸ਼। ਤੁਸੀਂ PSSB ਦੀ ਤਿਆਰੀ ਕਰਦੇ ਹੋ, PSSB ਦੇ ਵਿੱਚ ਚਾਹੇ ਤੁਸੀਂ ਪਟਵਾਰੀ ਜਾਂ ਐਕਸਾਈਜ਼ ਲੱਗਣਾ, ਚਾਹੇ ਤੁਸੀਂ ਵੀਡੀਓ ਦਾ ਪੇਪਰ ਦੇਣਾ, ਜਾਂ ਪੰਜਾਬ ਪੁਲਿਸ ਦੇ ਪੇਪਰਾਂ ਦੇ ਅਗਲੇ ਸਮੇਂ ਦੇ ਵਿੱਚ ਤੁਸੀਂ ਭਰਤੀਆਂ ਦੇਖਣੀਆਂ ਨੇ। ਇੰਗਲਿਸ਼ ਸਾਰੀ ਦੀ ਸਾਰੀ ਕਵਰ ਹੋਊਗੀ, ਉਹਦੇ ਵਿੱਚ ਸਾਰਾ ਸਿਲੇਬਸ ਕਵਰ ਹੋਊਗਾ, ਉਹਦੇ ਵਿੱਚ ਸਾਰੀ ਪ੍ਰੈਕਟਿਸ ਹੋਊਗੀ, ਵੋਕੈਬਸ ਹੋਣਗੇ, ਵਨ ਵਰਡ ਸਬਸਟੀਟਿਊਸ਼ਨ ਹੋਣਗੇ, ਗ੍ਰਾਮਰ ਦੇ ਰੂਲਸ ਹੋਣਗੇ। ਤੇ ਇਹੀ ਸਾਰੀ ਦੀ ਸਾਰੀ ਅੰਗਰੇਜ਼ੀ ਤੁਹਾਨੂੰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵਾਲੇ ਬੈਚ ਦੇ ਵਿੱਚ ਦੇਖਣ ਨੂੰ ਮਿਲੂਗੀ। ਤਾਂ ਇੰਗਲਿਸ਼ ਸਾਡਾ ਇੱਕ ਚੌਥਾ ਕਾਮਨ ਸਬਜੈਕਟ, ਤੀਜਾ ਕਾਮਨ ਸਬਜੈਕਟ ਹੈ ਤੇ ਚੌਥਾ ਕਾਮਨ ਸਬਜੈਕਟ ਹੈ ਸਾਡਾ ਕੰਪਿਊਟਰ ਦਾ। ਤੇ ਕੰਪਿਊਟਰ ਬਾਰੇ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ
ਪੰਜਾਬ ਦੇ ਪੇਪਰਾਂ ਦੀ ਗੱਲ ਕਰੀਏ ਤਾਂ ਸਿਰਫ ਪੀਪੀਐਸਸੀ ਦੇ ਵਿੱਚ ਕੰਪਿਊਟਰ ਨਹੀਂ ਪੁੱਛਿਆ ਜਾਂਦਾ। ਪੀਪੀਐਸਸੀ ਤੋਂ ਬਿਨਾ PSSB ਦੇ ਹਰ ਇੱਕ ਐਗਜ਼ਾਮ ਦੇ ਵਿੱਚ ਕੰਪਿਊਟਰ ਦੇ 10-10 ਸਵਾਲ ਆਉਂਦੇ ਨੇ। ਪੰਜਾਬ ਪੁਲਿਸ ਦੇ ਪੇਪਰਾਂ ਦੇ ਵਿੱਚ 20-20 ਸਵਾਲ ਕੰਪਿਊਟਰ ਦੇ ਆਉਂਦੇ ਨੇ। ਤਾਂ ਕੰਪਿਊਟਰ ਪੰਜਾਬ ਦੇ ਲਈ ਇੱਕ ਅਹਿਮ ਸੈਗਮੈਂਟ ਆ। ਤੇ ਨਾਲ ਹੀ ਜੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਪੇਪਰ ਦੀ ਗੱਲ ਕਰੀਏ ਤਾਂ 20 ਨੰਬਰ ਦਾ ਕੰਪਿਊਟਰ ਉਹਦੇ ਵਿੱਚ ਵੀ ਆਉਣਾ। ਸਿਲੇਬਸ ਦੋਨੇ ਪਾਸੇ ਆਲਮੋਸਟ ਸੇਮ ਹੈ, ਮੈਂ ਸਿਲੇਬਸ ਦੋਨੇ ਪਾਸੇ ਦਿਖਾਇਆ ਵੀ ਹੈ ਤੁਹਾਨੂੰ। ਤਾਂ ਇਹ 4 ਉਹ ਸਬਜੈਕਟ ਨੇ ਜਿਹੜੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਐਗਜ਼ਾਮ ਤੇ ਪੰਜਾਬ ਦੇ ਵਿੱਚ PSSB, PPSC ਦੇ ਵਿੱਚ ਚਲੋ ਇੰਗਲਿਸ਼ ਤੇ ਕੰਪਿਊਟਰ ਨਹੀਂ ਹੋਣੀ, ਤੇ ਪੰਜਾਬ ਪੁਲਿਸ, ਇਹਨਾਂ ਸਾਰੇ ਐਗਜ਼ਾਮਸ ਦੇ ਵਿੱਚ ਇਹ ਦੋਨੇ ਸਬਜੈਕਟਸ, ਇਹ ਚਾਰੇ ਸਬਜੈਕਟਸ ਕਾਮਨ ਨੇ। ਚਲੋ PPSC ਦੇ ਵਿੱਚ ਇੰਗਲਿਸ਼ ਤੇ ਕੰਪਿਊਟਰ ਨਹੀਂ ਹੁੰਦਾ ਪਰ ਮੈਥ ਰੀਜ਼ਨਿੰਗ ਆਉਂਦਾ, ਬਾਕੀ ਚਾਰੇ ਸਬਜੈਕਟਸ ਦੋਨੇ ਪਾਸੇ ਆਉਂਦੇ ਨੇ। ਤਾਂ ਜਿਹੜਾ ਸਕਸੈਸ ਟਰੀ ਵੱਲੋਂ ਦੋਨੇ ਬੈਚਾਂ ਨੂੰ ਸਟਾਰਟ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਜਿਹੜੇ ਕਾਮਨ ਸਬਜੈਕਟਸ ਨੇ ਉਹ ਕਾਮਨ ਸਬਜੈਕਟਸ ਦੋਨੇ ਪਾਸੇ ਹੀ ਪੜ੍ਹਾਏ ਜਾਣਗੇ। ਜਿਹੜਾ 19-21 ਦਾ ਫਰਕ ਹੋਊਗਾ ਵੀ ਕੋਈ ਪਰਟੀਕੂਲਰ ਮੰਨ ਲਓ ਇੱਕ ਚੈਪਟਰ ਹੈ ਜਾਂ ਇੱਕ ਟੌਪਿਕ ਹੈ ਜਿਹੜਾ ਕਿਸੇ ਇੱਕ ਪੇਪਰ 'ਚ ਆਉਣਾ ਦੂਜੇ 'ਚ ਨਹੀਂ ਆਉਣਾ ਜਾਂ ਦੂਜੇ 'ਚ ਆਉਣਾ ਪਹਿਲੇ 'ਚ ਨਹੀਂ ਆਉਣਾ, ਉਹ ਦੋਨੇ ਪਾਸੇ ਪੜ੍ਹਾਇਆ ਜਾਊਗਾ। ਕਿਉਂਕਿ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਪੇਪਰ ਤਾਂ ਵੈਸੇ 3-3 4-4 ਸਾਲ ਦੇ ਗੈਪ ਤੋਂ ਹੋ ਰਿਹਾ ਹੈਗਾ। 2015 'ਚ ਹੋਇਆ ਸੀ, ਫਿਰ 2019 'ਚ ਨਿਕਲਿਆ, ਜਿਹੜਾ 21 'ਚ ਜਾ ਕੇ ਹੋਇਆ, ਹੁਣ 2023 'ਚ ਨਿਕਲਿਆ ਤੇ ਉਮੀਦ ਕਰਦੇ ਹਾਂ 2024 ਦੀ ਜਨਵਰੀ ਜਾਂ ਫਰਵਰੀ ਦੇ ਵਿੱਚ ਇਹ ਪੇਪਰ ਹੋ ਜਾਊਗਾ। ਤਾਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਪੇਪਰ ਤਾਂ 3-3 4-4 ਸਾਲ ਦੇ ਗੈਪ ਤੋਂ ਹੋ ਰਿਹਾ ਹੈਗਾ। ਪਰ ਪੰਜਾਬ ਦੇ ਵਿੱਚ ਜਿਹੜੇ ਲਗਾਤਾਰ ਹਰ ਸਾਲ ਅਸੀਂ ਪੇਪਰ ਹੁੰਦੇ ਦੇਖਦੇ ਹਾਂ ਉਹਦੇ ਵਿੱਚ ਸਿਲੇਬਸ ਦੀ ਵੇਰੀਏਸ਼ਨ, ਕੁਐਸਚਨਾਂ ਨੂੰ ਫਾਰਮੂਲੇਟ ਕਰਨ ਦੇ ਤਰੀਕੇ ਦੇ ਵਿੱਚ ਵੇਰੀਏਸ਼ਨ, ਇਹ ਵੇਰੀਏਸ਼ਨਸ ਲਗਾਤਾਰ ਅਬਜ਼ਰਵ ਕੀਤੀਆਂ ਜਾ ਰਹੀਆਂ ਨੇ। PPSC ਦੇ ਲੈਵਲ ਦੇ ਵਿੱਚ ਵੇਰੀਏਸ਼ਨ ਅਬਜ਼ਰਵ ਕੀਤੀ ਜਾ ਰਹੀ ਹੈ। ਤਾਂ ਇਸ ਕਰਕੇ ਜੇ ਕੋਈ ਇੱਕ ਅੱਧੀ ਚੀਜ਼ ਸਾਡੇ ਸਿਲੇਬਸ ਦਾ ਹਿੱਸਾ ਨਹੀਂ ਵੀ ਹੁੰਦੀ ਸੀ ਉਹ ਵੀ ਕਿਤੇ ਨਾ ਕਿਤੇ ਕਿਸੇ ਪੇਪਰ 'ਚ ਦੇਖੀ ਜਾ ਰਹੀ ਹੈ। ਤਾਂ ਇਸ ਕਰਕੇ ਆਪਾਂ ਕੋਈ ਗੁੰਜਾਇਸ਼ ਨਹੀਂ ਛੱਡਾਂਗੇ, ਸਾਰੇ ਦਾ ਸਾਰਾ ਸਿਲੇਬਸ ਇਹਦੇ ਵਿੱਚ ਕਵਰ ਕਰਾਂਗੇ। ਤੇ ਇਹ ਸਿਲੇਬਸ ਨੂੰ ਕਵਰ ਕਰਨ ਦੇ ਲਈ ਜਿਹੜਾ ਸਾਡਾ ਟਾਈਮ ਟੇਬਲ ਰਹਿਣਾ, ਟਾਈਮ ਟੇਬਲ ਮੇਰਾ ਵੀਰ ਧਿਆਨ ਨਾਲ ਦੇਖਿਓ। ਟਾਈਮ ਟੇਬਲ ਕਿ 4 ਸਤੰਬਰ ਨੂੰ ਇਹ ਬੈਚ ਸਟਾਰਟ ਹੋ ਰਹੇ ਨੇ। ਸੋਮਵਾਰ ਤੋਂ ਹਰ ਰੋਜ਼ 3 ਕਲਾਸਾਂ ਹੋਣਗੀਆਂ ਤੇ ਉਹ ਵਿਦਿਆਰਥੀ ਜਿਨ੍ਹਾਂ ਨੇ ਇਕੱਲੇ ਮੈਥ ਦਾ ਪੋਰਸ਼ਨ ਲੈਣਾ ਹੈਗਾ, ਇਕੱਲਾ ਮੈਥ ਪੜ੍ਹਨਾ ਹੈਗਾ, ਉਹ ਫਿਰ ਇਕੱਲੇ ਮੈਥ ਵਾਲੀ ਸੈਗਮੈਂਟ ਦੇ ਵਿੱਚ ਆਉਣਗੇ। ਪਰ ਚੰਡੀਗੜ੍ਹ ਦਾ ਬੈਚ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਪੇਪਰ ਨੂੰ ਕਲੀਅਰ ਕਰਨ ਲਈ ਤੇ ਪੰਜਾਬ ਦੇ ਕਿਸੇ ਵੀ ਇਮਤਿਹਾਨ ਦੇ ਵਿੱਚ ਕੱਲ੍ਹ ਨੂੰ ਤੁਸੀਂ ਕੰਪੀਟ ਕਰਨਾ ਤਾਂ ਇਹ ਦੋਨੇ ਬੈਚ 4 ਸਤੰਬਰ ਨੂੰ ਸ਼ੁਰੂ ਹੋ ਰਹੇ ਨੇ, ਜਿਹਦੇ ਵਿੱਚ ਤੁਹਾਨੂੰ 3 ਸੈਗਮੈਂਟਸ ਦਿਖਣਗੀਆਂ। ਸਵੇਰੇ 9:30 ਤੋਂ 11 ਪਹਿਲੀ ਸਲੋਟ 1.5 ਘੰਟੇ ਦੀ ਕਲਾਸ, 11 ਤੋਂ 12:30 ਇਮੀਡੀਏਟਲੀ ਦੂਜੀ 1.5 ਘੰਟੇ ਦੀ ਕਲਾਸ ਹੋਣੀ ਹੈ ਤੁਹਾਡੀ। ਤਾਂ 1.5 ਘੰਟੇ ਦੀਆਂ 2 ਕਲਾਸਾਂ ਤੇ ਤੀਜੀ ਕਲਾਸ 12:30 ਤੋਂ 2:30 ਉਹ ਮੈਥ ਦੀ ਰਹਿਣੀ ਆ। ਤਾਂ ਅਸੀਂ ਜਿਹੜਾ ਸਿਲੇਬਸ ਇਹਨਾਂ ਬੈਚਿਸ ਦੇ ਵਿੱਚ ਸ਼ੁਰੂ ਕਰਨ ਲੱਗੇ ਆ ਉਹ ਰੀਜ਼ਨਿੰਗ, ਪਹਿਲੀ ਸਲੋਟ 'ਚ ਰੀਜ਼ਨਿੰਗ ਹੈ, ਦੂਜੀ ਸਲੋਟ 'ਚ ਇੰਗਲਿਸ਼ ਤੇ ਤੀਜੀ ਸਲੋਟ ਦੇ ਵਿੱਚ ਮੈਥ ਤੋਂ ਸ਼ੁਰੂ ਕਰਨ ਲੱਗੇ ਆ। ਉਹਨਾਂ ਤਿੰਨਾਂ ਸਬਜੈਕਟਸ ਤੋਂ ਜਿਹੜੇ 3 ਸਬਜੈਕਟ ਚੰਡੀਗੜ੍ਹ ਵਾਲੇ ਪਾਸੇ ਵੀ ਆਉਣੇ, ਪੰਜਾਬ ਵਾਲੇ ਪਾਸੇ ਵੀ ਆਉਣੇ, ਯਾਨੀ ਕਿ ਇਹ 3 ਬੈਚ, ਇਹ 3 ਜਿਹੜੇ ਸੈਗਮੈਂਟਸ, ਇਹ 3 ਸਲੋਟਸ ਨੇ ਜਿਹੜੀਆਂ ਇਹ ਸਾਰੇ ਸਟੂਡੈਂਟਸ ਦੇ ਲਈ ਕਾਮਨ ਹੋਣਗੀਆਂ, ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵਾਲਿਆਂ ਲਈ ਵੀ ਤੇ ਪੰਜਾਬ ਵਾਲਿਆਂ ਦੇ ਲਈ ਵੀ। ਫਿਰ ਇਸ ਤੋਂ ਬਾਅਦ ਹੋਣਾ ਕੀ ਹੈ, ਸਭ ਤੋਂ ਪਹਿਲਾਂ ਤੁਹਾਡੀ ਵਿੱਚ ਵਾਲੀ ਸਲੋਟ ਦੇ ਵਿੱਚ ਇੰਗਲਿਸ਼ ਖਤਮ ਹੋਣੀ ਹੈ। ਇੰਗਲਿਸ਼ ਜਿੱਥੇ ਹੀ ਖਤਮ ਹੋਈ, ਇੰਗਲਿਸ਼ ਦਾ ਤੁਸੀਂ ਸਿਲੇਬਸ ਵੀ ਦੇਖ ਸਕਦੇ ਹੋ। ਇੰਟਰੋਡਕਸ਼ਨ ਤੋਂ ਬਾਅਦ ਸੈਂਟੈਂਸ, ਦੈਨ ਸਬਜੈਕਟ ਵਰਬ ਐਗਰੀਮੈਂਟ, ਨਾਊਨ, ਪ੍ਰੋਨਾਊਨ, ਐਡਜੈਕਟਿਵ, ਵਰਬ ਟੈਂਸਿਸ, ਸਾਰੀ ਦੀ ਸਾਰੀ ਗ੍ਰਾਮਰ, ਮੋਡਲਸ, ਵੌਇਸਿਸ ਚੱਲਣਗੇ, ਨਰੇਸ਼ਨ ਚੱਲੂ, ਫਿਰ ਅਖੀਰ ਤੇ ਵੋਕੈਬ ਦੀਆਂ 4 ਕਲਾਸਾਂ ਚੱਲਣਗੀਆਂ 1.5 ਘੰਟੇ ਦੀਆਂ। ਤਾਂ ਇੰਗਲਿਸ਼ ਸਭ ਤੋਂ ਪਹਿਲਾਂ ਖਤਮ ਹੋਣੀ ਹੈ, ਰੀਜ਼ਨਿੰਗ ਤੇ ਮੈਥ ਲਈ ਚੱਲਣਾ। ਜਿਵੇਂ ਇੰਗਲਿਸ਼ ਖਤਮ ਹੋਈ ਤੁਹਾਡਾ ਨਾਲ ਦੇ ਨਾਲ ਕੰਪਿਊਟਰ, ਉਹ ਸਬਜੈਕਟ ਜਿਹੜਾ ਫਿਰ ਦੋਨੇ ਪੇਪਰਾਂ ਦੇ ਵਿੱਚ ਚੰਡੀਗੜ੍ਹ ਵਾਲੇ ਪਾਸੇ ਵੀ ਆਉਣਾ, ਪੰਜਾਬ ਵਾਲੇ ਪਾਸੇ ਵੀ ਆਉਣਾ। ਤਾਂ ਕੰਪਿਊਟਰ ਸ਼ੁਰੂ ਹੋ ਜਾਊਗਾ, ਜਿਹਦੇ ਵਿੱਚ ਹਿਸਟਰੀ ਆਫ ਕੰਪਿਊਟਰ, ਹਾਰਡਵੇਅਰ, ਮੈਮਰੀ, ਕੰਪਿਊਟਰ ਸੌਫਟਵੇਅਰ, ਕੰਪਿਊਟਰ ਨੰਬਰ ਸਿਸਟਮ, ਨੈਟਵਰਕਿੰਗ, MS ਆਫਿਸ ਦੀਆਂ 3 ਕਲਾਸਾਂ, DBMS, ਇੰਟਰਨੈਟ, ਇਹ ਸਾਰਾ ਕੰਪਿਊਟਰ ਦਾ ਸਿਲੇਬਸ ਚੱਲੂਗਾ 11 ਤੋਂ 12:30 ਵਾਲੀ ਸਲੋਟ ਦੇ ਵਿੱਚ। ਰੀਜ਼ਨਿੰਗ ਦੀ ਗੱਲ ਕਰੀਏ ਤਾਂ ਰੀਜ਼ਨਿੰਗ ਤੁਹਾਡੀ ਸਵੇਰੇ 9:30 ਵਾਲੀ ਸਲੋਟ ਦੇ ਵਿੱਚ ਲਗਾਤਾਰ ਚੱਲੂਗੀ। ਮੈਂ ਟੌਪਿਕ ਵਾਈਜ਼ ਹਰ ਇੱਕ ਟੌਪਿਕ ਦੀਆਂ ਫਰਦਰ ਕਿੰਨੀਆਂ ਕਲਾਸਾਂ ਉਹ ਮੈਂ ਇੱਥੇ ਸ਼ੇਅਰ ਕੀਤਾ ਹੋਇਆ, ਤੁਹਾਡੇ ਨਾਲ ਮੈਂ ਟੈਲੀਗ੍ਰਾਮ ਚੈਨਲ ਤੇ ਵੀ ਸ਼ੇਅਰ ਕਰ ਦੂੰਗਾ। ਸਵੇਰ ਵਾਲੀ ਸਲੋਟ ਦੇ ਵਿੱਚ ਰੀਜ਼ਨਿੰਗ ਤੇ ਬਿਲਕੁਲ ਉਸੇ ਤਰ੍ਹਾਂ 12:30 ਤੋਂ 2:30 ਵਾਲੀ ਜਿਹੜੀ ਤੀਜੀ ਸਲੋਟ ਆ ਉਹਦੇ ਵਿੱਚ ਮੈਥ, ਨੰਬਰ ਸਿਸਟਮ ਦੀਆਂ 3 ਕਲਾਸਾਂ, ਫਿਰ ਸਿੰਪਲੀਫਿਕੇਸ਼ਨ ਦੀਆਂ 2 ਕਲਾਸਾਂ, 1 ਕਲਾਸ ਫਰੈਕਸ਼ਨ ਦੀ। ਤਾਂ 6 ਕਲਾਸਾਂ ਤੇ ਇਹ ਨੰਬਰ ਸਿਸਟਮ ਦੀਆਂ ਹੋ ਗਈਆਂ। ਫਿਰ ਪਰਸੈਂਟੇਜ, ਰੇਸ਼ੀਓ, ਇਹ 2-2 ਘੰਟੇ ਦੀਆਂ ਸਾਡੀਆਂ 4-4 ਕਲਾਸਾਂ, ਯਾਨੀ ਕਿ 7-8 ਘੰਟੇ 'ਚ ਅਸੀਂ ਪਰਸੈਂਟੇਜ ਕਰਾਂਗੇ, 7-8 ਘੰਟੇ 'ਚ ਅਸੀਂ ਰੇਸ਼ੀਓ ਕਰਾਂਗੇ। ਯਾਨੀ ਕਿ ਸਾਡਾ ਟਾਰਗੇਟ ਪੰਜਾਬ ਪੁਲਿਸ ਸਬ ਇੰਸਪੈਕਟਰ ਜੋ TSS ਵੱਲੋਂ ਸਵਾਲ ਪਾਏ ਜਾਂਦੇ ਨੇ, ਆਪਣੇ TCS ਵੱਲੋਂ ਸਵਾਲ ਪਾਏ ਜਾਂਦੇ ਨੇ, ਤੇ ਉਧਰ ਸਾਡਾ PPSC ਦੇ ਵਿੱਚ ਨਾਇਬ ਤਹਿਸੀਲਦਾਰ ਜਾਂ ਕੋਆਪਰੇਟਿਵ ਇੰਸਪੈਕਟਰ ਜਾਂ ਅਗਲੇ ਸਮੇਂ ਦੇ ਵਿੱਚ ਜਿਹੜੇ ਹੋਰ ਇਮਤਿਹਾਨ ਆਉਣੇ ਨੇ ਜਿਨ੍ਹਾਂ ਦੇ ਵਿੱਚ ਮੈਥ ਦਾ ਲੈਵਲ ਬਹੁਤ ਚੰਗਾ ਦੇਖਿਆ ਜਾਂਦਾ, ਤਾਂ ਆਪਾਂ ਉਸ ਲੈਵਲ ਨੂੰ ਮੀਟ ਕਰਨ ਤੱਕ ਦੀ ਤਿਆਰੀ ਕਰਾਂਗੇ ਕਿ ਉਸ ਲੈਵਲ ਤੱਕ ਦੇ ਕਿਸੇ ਵੀ ਪੇਪਰ ਦੇ ਵਿੱਚ ਸਵਾਲ ਆ ਜਾਣ ਤਾਂ ਅਸੀਂ ਬੜੇ ਆਰਾਮ ਨਾਲ ਕਰ ਸਕੀਏ। ਤਾਂ ਇਹ ਸਾਡਾ ਤੀਜੀ ਸਲੋਟ ਦੇ ਵਿੱਚ ਮੈਥ 1-2 ਦਿਨ ਲਗਾਤਾਰ ਇਹ ਮਤਲਬ ਟੌਪਿਕਸ ਨੂੰ ਕਵਰ ਕਰਦਾ ਹੋਇਆ ਚੱਲੂਗਾ। ਹੁਣ ਮਸਲਾ ਹੈ ਕਿ ਇਸ ਤੋਂ ਬਾਅਦ ਉਹ ਸਬਜੈਕਟ ਜਿਹੜੇ ਦੋਨੇ ਪਾਸੇ ਕਾਮਨ ਨਹੀਂ ਹੈਗੇ,
ਯਾਨੀ ਕਿ ਜੇ ਆਪਾਂ ਪੰਜਾਬੀ ਦੀ ਗੱਲ ਕਰੀਏ ਤਾਂ ਪੰਜਾਬੀ ਸਿਰਫ ਪੰਜਾਬ ਵਾਲੇ ਬੱਚਿਆਂ ਨੇ ਪੜ੍ਹਨੀ ਹੈ, ਉਹ ਚੰਡੀਗੜ੍ਹ ਵਾਲੇ ਨੇ ਨਹੀਂ ਪੜ੍ਹਨੀ ਹੈਗੀ। ਜਾਂ ਆਪਾਂ ਚੰਡੀਗੜ੍ਹ ਹਿਸਟਰੀ ਦੀ ਗੱਲ ਕਰੀਏ ਜਾਂ ਸਟੈਟਸ ਦੀ ਗੱਲ ਕਰੀਏ, ਉਹ ਸਿਰਫ ਚੰਡੀਗੜ੍ਹ ਵਾਲੇ ਬੱਚਿਆਂ ਨੇ ਪੜ੍ਹਨਾ ਹੈਗਾ, ਉਹ ਪੰਜਾਬ ਵਾਲੇ ਨੇ ਨਹੀਂ ਪੜ੍ਹਨਾ ਹੈਗਾ। ਤਾਂ ਮੈਥ ਵਾਲੇ ਪਾਸੇ ਸਾਡਾ 2.5 ਮਹੀਨੇ ਸਿਲੇਬਸ ਚੱਲੂਗਾ, ਉਹਦੇ ਵਿੱਚ DI ਵੀ ਹੈ। DI ਚੰਡੀਗੜ੍ਹ ਵਾਲੇ ਬੱਚੇ ਕਰਨੀ ਚਾਹੁੰਦੇ ਆ ਕਰ ਸਕਦੇ ਆ, ਨਹੀਂ ਕਰਨੀ ਚਾਹੁੰਦੇ ਛੱਡ ਸਕਦੇ ਆ। DI ਤੁਹਾਨੂੰ ਮਿਲੂਗੀ। DI ਖਤਮ ਹੁੰਦਿਆਂ ਪਹਿਲਾਂ ਤੁਹਾਡੀਆਂ ਪੰਜਾਬੀ ਦੀਆਂ ਕਲਾਸਾਂ ਆ ਜਾਣਗੀਆਂ ਜੋ ਸਿਰਫ ਪੰਜਾਬ ਵਾਲੇ ਬੱਚਿਆਂ ਨੂੰ ਮਿਲਣਗੀਆਂ। ਇਹ ਆਪਸ਼ਨ ਨਹੀਂ ਹੈਗਾ ਕਿ ਚੰਡੀਗੜ੍ਹ ਵਾਲੇ ਬੱਚੇ ਵੀ ਲਾਉਣਾ ਚਾਹੁੰਦੇ ਤਾਂ ਮਿਲ ਜਾਣਗੀਆਂ। ਜਿਹੜੇ ਬੱਚਿਆਂ ਨੇ ਚੰਡੀਗੜ੍ਹ ਵਾਲਾ ਬੈਚ ਖਰੀਦਿਆ ਉਹਨਾਂ ਨੂੰ ਚੰਡੀਗੜ੍ਹ ਦਾ ਪੂਰਾ ਸਿਲੇਬਸ ਮਿਲੂਗਾ, ਜਿਹੜੇ ਬੱਚਿਆਂ ਨੇ ਪੰਜਾਬ ਵਾਲਾ ਬੈਚ ਲਿਆ ਉਹਨਾਂ ਨੂੰ ਪੰਜਾਬ ਦਾ ਪੂਰਾ ਸਿਲੇਬਸ ਮਿਲੂਗਾ। ਤਾਂ ਚੰਡੀਗੜ੍ਹ ਵਾਲੇ ਬੱਚਿਆਂ ਨੂੰ ਪੰਜਾਬੀ ਨਹੀਂ ਮਿਲਣੀ, ਉਹ ਪੰਜਾਬ ਵਾਲੇ ਬੱਚੇ ਗੁਰੂ ਸਾਹਿਬ, ਜੀਵੰਤ ਰਚਨਾਵਾਂ, ਧੁਨੀ ਬੋਧ, ਸ਼ਬਦ ਬੋਧ ਦੀਆਂ 4 ਕਲਾਸਾਂ, ਵਾਕ ਬੋਧ, ਅਰਥ ਬੋਧ, ਮੁਹਾਵਰੇ, ਖਾਣ, ਗੇਤਰ ਪਿਛੇਤਰ, ਟਰਾਂਸਲੇਸ਼ਨ ਆ ਜੂਗੀ, ਸੱਭਿਆਚਾਰ ਦੀਆਂ 3 ਕਲਾਸਾਂ, ਬਹੁ ਅਰਥਕ ਸ਼ਬਦ, ਗੁਰਮੁਖੀ ਅੰਕ। ਇਹ ਸਾਰਾ ਦਾ ਸਾਰਾ ਤੁਹਾਡਾ ਪੰਜਾਬੀ ਦਾ ਉਹ ਸਿਲੇਬਸ ਜਿਹੜਾ ਪੇਪਰ 1 ਕੁਆਲੀਫਾਈਂਗ ਪੇਪਰ ਦੇ ਲਈ ਵੀ ਜ਼ਰੂਰੀ ਹੈ ਤੇ ਪੇਪਰ 2 ਦੇ ਵਿੱਚ ਤਾਂ ਕੰਮ ਆਉਣਾ ਹੀ ਆਉਣਾ ਹੈਗਾ, ਉਹ ਸਿਲੇਬਸ ਹੋਊਗਾ। ਇਹ ਖਤਮ ਹੁੰਦੇ ਆ ਇਸੇ ਸਲੋਟ ਦੇ ਵਿੱਚ ਤੁਹਾਡੀਆਂ ਸਟੈਟਸ ਦੀਆਂ ਕਲਾਸਾਂ ਸ਼ੁਰੂ ਹੋ ਜਾਣਗੀਆਂ। ਤਾਂ ਉਹ ਸਟੈਟਸ ਦੀਆਂ ਟੀਚਰ ਨਾਲ ਗੱਲ ਕੀਤੀ ਹੈ, 15 ਤੋਂ 16 ਕਲਾਸਾਂ ਲੱਗਣਗੀਆਂ। ਜਿਹੇ ਜਿਹੇ ਡਾਊਟਸ ਹੋਣਗੇ ਤੁਹਾਡੇ, ਕਿਉਂਕਿ ਆਫਲਾਈਨ ਵੀ ਬੱਚੇ ਹੁੰਦੇ ਨੇ, ਤਾਂ 18 ਕਲਾਸਾਂ ਵੀ ਹੋ ਸਕਦੀਆਂ ਨੇ। ਤਾਂ 15 ਕਲਾਸਾਂ ਦੇ ਨੇੜੇ ਤੇੜੇ ਤੁਹਾਡੀਆਂ ਸਟੈਟਸ ਦੀਆਂ ਕਲਾਸਾਂ ਇਸ ਸੈਗਮੈਂਟ ਦੇ ਵਿੱਚ ਚੱਲਣਗੀਆਂ। ਤੇ ਰੀਜ਼ਨਿੰਗ ਵਾਲੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਰੀਜ਼ਨਿੰਗ ਜਿਵੇਂ ਹੀ ਖਤਮ ਹੋਊਗੀ ਤੁਹਾਡੀ ਐਂਸ਼ੀਐਂਟ, ਮਿਡਵਿਲ ਤੇ ਮਾਡਰਨ ਹਿਸਟਰੀ ਚੱਲੂਗੀ। ਐਂਸ਼ੀਐਂਟ ਹਿਸਟਰੀ ਦੀਆਂ 7 ਕਲਾਸਾਂ ਲਿਖੀਆਂ ਨੇ, ਮਿਡਵਿਲ ਦੀਆਂ 7 ਕਲਾਸਾਂ ਲਿਖੀਆਂ ਨੇ ਤੇ ਮਾਡਰਨ ਹਿਸਟਰੀ ਦੀਆਂ 15 ਕਲਾਸਾਂ ਲਿਖੀਆਂ ਨੇ। ਯਾਨੀ ਕਿ 30 ਦੇ ਕਰੀਬ ਕਲਾਸਾਂ ਤੁਹਾਡੀਆਂ ਇਕੱਲੀਆਂ ਹਿਸਟਰੀ ਦੀਆਂ ਨੇ, ਜਿਹਦੇ ਵਿੱਚ ਪੰਜਾਬ ਹਿਸਟਰੀ ਦੀ ਗੱਲ ਨਹੀਂ ਹੋ ਰਹੀ, ਇਕੱਲੀ ਇੰਡੀਅਨ ਹਿਸਟਰੀ ਦੀ ਗੱਲ ਹੋ ਰਹੀ ਹੈ। ਤਾਂ 30 ਕਲਾਸਾਂ ਸਿਰਫ ਪੰਜਾਬ ਵਾਲੇ ਬੈਚ ਵਾਲੇ ਬੱਚਿਆਂ ਲਈ ਨੇ, ਇਹ ਚੰਡੀਗੜ੍ਹ ਵਾਲੇ ਲਈ ਨਹੀਂ ਹੈਗੇ, ਕਿਉਂਕਿ ਚੰਡੀਗੜ੍ਹ ਦੇ ਸਿਲੇਬਸ ਦੇ ਵਿੱਚ ਤੁਹਾਡੀ ਹਿਸਟਰੀ ਜੀਓਗ੍ਰਾਫੀ ਨਹੀਂ ਹੈਗੀ। ਪੰਜਾਬ ਵਾਲੇ ਬੱਚਿਆਂ ਨੂੰ ਇਹ ਹਿਸਟਰੀ ਦਾ ਸਿਲੇਬਸ, ਉਸ ਤੋਂ ਬਾਅਦ ਆਰਟ ਐਂਡ ਕਲਚਰ ਦੀਆਂ ਵੀ 3 ਕਲਾਸਾਂ ਨੇ, ਫਿਰ ਤੁਹਾਡੀ ਪੋਲਿਟੀ ਸ਼ੁਰੂ ਹੋ ਜਾਣੀ ਹੈ। ਇਹ ਮੇਰੇ ਖਿਆਲ 'ਚ 18 ਦੇ ਕਰੀਬ ਕਲਾਸਾਂ ਨੇ ਸ਼ਾਇਦ ਪੋਲਿਟੀ ਦੀਆਂ। ਤਾਂ ਪਹਿਲੀ ਸਲੋਟ ਦੇ ਵਿੱਚ ਰੀਜ਼ਨਿੰਗ ਤੋਂ ਬਾਅਦ ਸਿਰਫ ਪੰਜਾਬ ਵਾਲੇ ਬੱਚਿਆਂ ਲਈ ਪਹਿਲਾਂ ਹਿਸਟਰੀ ਆਉਣੀ ਹੈ, ਐਂਸ਼ੀਐਂਟ, ਮਿਡਵਿਲ ਤੇ ਮਾਡਰਨ, ਫਿਰ ਆਰਟ ਐਂਡ ਕਲਚਰ ਤੇ ਪੋਲਿਟੀ। ਉਹ ਚੰਡੀਗੜ੍ਹ ਵਾਲੇ ਲਈ ਨਹੀਂ, ਕਿਉਂਕਿ ਚੰਡੀਗੜ੍ਹ ਵਾਲੇ ਦਾ ਸਿਲੇਬਸ ਹੋ ਗਿਆ। ਚੰਡੀਗੜ੍ਹ ਵਾਲੇ ਦਾ ਸਿਲੇਬਸ ਪਹਿਲੀ ਸਲੋਟ 'ਚ ਰੀਜ਼ਨਿੰਗ, ਦੂਜੀ ਦੇ ਵਿੱਚ ਆਪਣਾ ਇੰਗਲਿਸ਼ ਤੇ ਕੰਪਿਊਟਰ, ਤੀਜੀ ਸਲੋਟ ਦੇ ਵਿੱਚ ਤੁਹਾਡਾ ਆ ਜਾਊਗਾ ਓਕੇ, ਦੂਜੀ ਸਲੋਟ ਦੇ ਵਿੱਚ ਬਾਈ ਤੁਹਾਡਾ ਇੱਕ ਤਾਂ ਕਰੰਟ ਅਫੇਅਰ। ਇਹ ਪੰਜਾਬ ਵਾਲੇ ਬੱਚਿਆਂ ਲਈ ਵੀ ਹੈ, ਕਿਉਂਕਿ ਇਹ ਕਲਾਸਾਂ ਆ ਰਹੀਆਂ ਨੇ 20 ਨਵੰਬਰ, 21 ਨਵੰਬਰ, 22 ਨਵੰਬਰ ਨੂੰ। ਤਾਂ ਤੁਹਾਡਾ ਜਨਵਰੀ 2023 ਤੋਂ ਲੈ ਕੇ ਨਵੰਬਰ 2023 ਤੱਕ ਦਾ, ਕਿਉਂਕਿ ਉਦੋਂ ਨਵੰਬਰ ਚੱਲਦਾ ਹੋਣਾ ਹੈਗਾ, ਤਾਂ 11 ਮਹੀਨਿਆਂ ਦਾ ਕਰੰਟ ਅਫੇਅਰ, ਯਾਨੀ ਕਿ ਪੂਰੇ 1 ਸਾਲ ਦਾ ਕਰੰਟ ਅਫੇਅਰ। ਤੇ ਉਸ ਤੋਂ ਬਾਅਦ ਤੁਹਾਡੀਆਂ ਸਟੈਟਿਕ ਜੀਕੇ ਦੀਆਂ 6 ਕਲਾਸਾਂ, ਇਹ ਚੰਡੀਗੜ੍ਹ ਵਾਲੇ ਬੱਚਿਆਂ ਨੂੰ ਵੀ ਮਿਲਣਗੀਆਂ। 11 ਮਹੀਨਿਆਂ ਦਾ, 12 ਮਹੀਨਿਆਂ ਦਾ ਕਰੰਟ ਅਫੇਅਰ, 6 ਕਲਾਸਾਂ ਸਟੈਟਿਕ ਜੀਕੇ ਦੀਆਂ ਤੇ 4 ਕਲਾਸਾਂ ਚੰਡੀਗੜ੍ਹ ਜੀਕੇ, ਜਿਹੜੀ ਚੰਡੀਗੜ੍ਹ ਹਿਸਟਰੀ ਸੀ ਉਹ ਸਿਰਫ ਚੰਡੀਗੜ੍ਹ ਵਾਲੇ ਬੱਚਿਆਂ ਲਈ ਜ਼ਰੂਰੀ ਹੈ। ਤਾਂ ਇਹ ਸਾਰੀ ਦੇ ਸਾਰੀ ਸੈਗਮੈਂਟਸ ਤੁਹਾਨੂੰ ਸੈਂਟਰ ਵਾਲੀ ਸਲੋਟ ਦੇ ਵਿੱਚ ਮਿਲਣਗੀਆਂ ਤੇ ਆਖਰੀ ਸਲੋਟ ਦੇ ਵਿੱਚ ਮੈਥ ਤੇ ਸਟੈਟਸ ਮਿਲਣਗੇ ਚੰਡੀਗੜ੍ਹ ਵਾਲੇ ਬੱਚਿਆਂ ਨੂੰ। ਤੇ ਪੰਜਾਬ ਵਾਲੇ ਬੱਚਿਆਂ ਨੂੰ ਜਿੰਨਾ ਤੁਹਾਡਾ ਸਾਰੇ ਦਾ ਸਾਰਾ ਸਿਲੇਬਸ ਹੈ ਉਹ ਇਹਨਾਂ ਸਲੋਟਸ ਦੇ ਅਕੋਰਡਿੰਗਲੀ ਤੁਹਾਡਾ ਕਵਰ ਹੋਊਗਾ। ਤੇ 4 ਸਤੰਬਰ ਨੂੰ ਇਹ ਬੈਚ ਸ਼ੁਰੂ ਹੋ ਰਿਹਾ, ਜਿਹਦੇ ਵਿੱਚ ਤੁਸੀਂ ਪਹਿਲੀ ਸਲੋਟ 'ਚ ਰੀਜ਼ਨਿੰਗ, ਦੂਜੀ 'ਚ ਇੰਗਲਿਸ਼ ਤੇ ਤੀਜੀ ਦੇ ਵਿੱਚ ਮੈਥ ਤੋਂ ਸ਼ੁਰੂ ਕਰੋਗੇ। ਇਹਦੇ ਲਈ ਤੁਸੀਂ ਚੰਡੀਗੜ੍ਹ ਵਾਲਾ ਬੈਚ ਲਿਆ, ਪਰ ਤੁਸੀਂ ਮੈਥ ਆਪਣੇ ਪੰਜਾਬ ਦਾ ਵੀ ਸਿਲੇਬਸ ਕਵਰ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਤੁਹਾਨੂੰ ਮਤਲਬ ਜਿਹੜਾ ਉਹਨਾਂ ਨੇ ਡਿਫਰੈਂਸ ਦੱਸਿਆ ਸੀਗਾ ਉਹਦੇ ਅਕੋਰਡਿੰਗਲੀ ਤੁਹਾਨੂੰ ਉਹ ਪਰਚੇਜ਼ ਕਰਨਾ ਪੈਣਾ, ਕਿਉਂਕਿ ਕੰਬੋ ਪੈਕ ਅਸੀਂ ਹਲੇ ਤੱਕ ਨਹੀਂ ਸੀ ਬਣਾਇਆ। ਚੰਡੀਗੜ੍ਹ ਵਾਲਾ ਸੈਪਰੇਟ ਬੈਚ ਸੀਗਾ, ਪੰਜਾਬ ਵਾਲਾ ਸੈਪਰੇਟ ਬੈਚ ਸੀਗਾ। ਕੰਬੋ ਪੈਕ ਅਸੀਂ ਹਲੇ ਨਹੀਂ ਸੀ ਬਣਾਇਆ, ਤਾਂ ਉਹ ਤੁਸੀਂ ਇੰਡੀਵਿਜੂਅਲੀ ਉਹਨਾਂ ਨਾਲ ਗੱਲ ਕਰਕੇ ਸਕਸੈਸ ਟਰੀ ਵਾਲੇ ਨੰਬਰ ਤੇ ਫੋਨ ਕਰਕੇ ਲੈ ਸਕਦੇ ਹੋ। ਪਰ ਇਹਦੇ ਵਿੱਚ ਇੱਕ ਚੀਜ਼ ਲਿਆਂਦੀ ਸੀ ਆਪਾਂ ਕਿ ਬੱਚੇ ਬਾਰ-ਬਾਰ ਕਹਿ ਰਹੇ ਸੀ ਕਿ ਮੈਥ ਦਾ ਕੱਲਾ ਸਿਲੇਬਸ ਅਸੀਂ ਕਵਰ ਕਰਨਾ, ਤਾਂ ਕੱਲੇ ਮੈਥ ਦੇ ਸਿਲੇਬਸ ਲਈ ਜਿਹੜੀ ਅਸੀਂ ਪਹਿਲਾਂ ਨਾ ਕੀਤੀ ਸੀ ਵੀ ਨਹੀਂ ਹੋਊਗਾ, ਉਹ ਕੱਲੇ ਮੈਥ ਦਾ ਸਿਲੇਬਸ ਤੁਸੀਂ ਸਾਡੇ ਨਾਲ ਕਵਰ ਕਰ ਸਕਦੇ ਹੋ, ਜਿਹਦੇ ਵਿੱਚ ਉਹ ਵੀ ਜਿਹੜੀ ਤੁਹਾਡੀ 12:30 ਤੋਂ 2:30 ਵਾਲੀ ਸਲੋਟ ਹੈ ਉਹਦੇ ਵਿੱਚ ਤੁਸੀਂ ਆਨਲਾਈਨ ਜਾਂ ਆਫਲਾਈਨ ਵੀ ਆ ਕੇ, ਜਿਹੜੇ ਮੈਂ ਦੋਨੇ ਬੈਚ ਪਹਿਲਾਂ ਦੱਸਿਆ ਚੰਡੀਗੜ੍ਹ ਵਾਲਾ ਤੇ ਪੰਜਾਬ ਵਾਲਾ, ਉਹ ਵੀ ਆਫਲਾਈਨ ਤੁਸੀਂ ਆ ਸਕਦੇ ਹੋ। ਬਹੁਤ ਨੋਮੀਨਲ ਫੀਸਿਸ ਨੇ। ਪੰਜਾਬ ਆਪਣੇ ਇਕੱਲੇ ਮੈਥ ਦਾ ਤੁਸੀਂ ਕੋਰਸ ਕਰਨਾ, A to Z ਸਾਰਾ ਸਿਲੇਬਸ ਕਵਰ ਕਰਨਾ, ਉਹਦੇ ਵਿੱਚ PPSC, PSSB, ਚਾਹੇ SSC ਜਾਂ CDS ਦੀ ਤੁਸੀਂ ਤਿਆਰੀ ਕਰਦੇ ਹੋ, ਬੈਂਕ ਦੇ ਐਗਜ਼ਾਮਸ ਦੀ ਤਿਆਰੀ ਕਰਦੇ ਹੋ, ਪੰਜਾਬ ਦੇ ਕਿਸੇ ਵੀ ਐਗਜ਼ਾਮ ਦੀ ਤਿਆਰੀ, ਚੰਡੀਗੜ੍ਹ ਦੇ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰਦੇ ਹੋ, ਸਟੇਟ ਸਿਵਲਸ ਦੀ ਤਿਆਰੀ ਕਰਦੇ ਹੋ, ਸਾਰੇ ਐਗਜ਼ਾਮਸ ਦਾ ਮੈਥ ਉਹਦੇ ਵਿੱਚ ਕਵਰ ਹੋਊਗਾ। 4 ਸਤੰਬਰ ਤੋਂ ਸੈਗਮੈਂਟ ਤੁਹਾਡੀ 12:30 ਤੋਂ 2:30 ਵਾਲੀ ਸਲੋਟ ਦੇ ਵਿੱਚ ਹੋਊਗੀ। ਇਹਦੇ ਵਿੱਚ ਲਾਈਵ ਤੇ ਰਿਕਾਰਡਡ ਲੈਕਚਰਸ ਹੋਣਗੇ। 1 ਸਾਲ ਦੀ ਵੈਲਿਡਿਟੀ ਹੈ। ਜਿਹੜੇ ਚੰਡੀਗੜ੍ਹ ਵਾਲਾ ਤੇ ਪੰਜਾਬ ਵਾਲਾ ਬੈਚ ਉਹ ਵੀ 1 ਸਾਲ ਦੀ ਵੈਲਿਡਿਟੀ ਹੈ, ਇਹਦੀ ਵੀ ਮੈਥ ਵਾਲੇ ਦੀ 1 ਸਾਲ ਦੀ ਵੈਲਿਡਿਟੀ ਹੈ। ਬੇਸਿਕ ਟੂ ਐਡਵਾਂਸ ਲੈਵਲ ਹੋਊਗਾ। ਮੀਡੀਅਮ ਪੰਜਾਬੀ ਤੇ ਇੰਗਲਿਸ਼ ਦੋਨੇ ਹੋਣਗੇ। ਕਲਾਸ ਦੇ ਵਿੱਚ ਤੁਸੀਂ ਕੁਐਸਚਨ ਦੇਖੋਗੇ, ਦੋਹਾਂ ਭਾਸ਼ਾਵਾਂ ਦੇ ਵਿੱਚ ਲੈ ਕੇ ਆਉਂਗਾ ਮੈਂ, ਅੰਗਰੇਜ਼ੀ 'ਚ ਵੀ ਪੰਜਾਬੀ ਦੇ ਵਿੱਚ ਵੀ। ਤੇ ਜਿਹੇ ਜੀ ਪੰਜਾਬੀ ਮੈਂ ਬੋਲ ਰਿਹਾ ਇਹੋ ਜੀ ਪੰਜਾਬੀ ਦੇ ਵਿੱਚ ਪੜਾਊਂਗਾ, ਟ੍ਰਿਕਸ ਦੱਸੂਗਾ, ਲੌਜਿਕਸ ਦੱਸੂਗਾ, ਸਾਰੇ ਦੇ ਸਾਰੇ ਕਨਸੈਪਟਸ ਸਮਝਾਊਂਗਾ, ਪ੍ਰੈਕਟਿਸ ਕਰਵਾਊਂਗਾ। ਐਗਜ਼ਾਮ ਓਰੀਐਂਟਡ ਕੁਐਸਚਨਸ ਹੋਣਗੇ, ਜਿਹੜੇ ਅੱਜ ਕੱਲ੍ਹ ਦੇ ਪੈਟਰਨ ਦੇ ਉੱਤੇ ਬੇਸਡ ਕੁਐਸਚਨਸ ਬਣ ਰਹੇ ਨੇ ਉਹ ਫਾਰਮੇਸ਼ਨ ਦੇ ਕੁਐਸਚਨਸ ਹੋਣਗੇ। A to Z ਚੀਜ਼ਾਂ ਤੁਹਾਡੀਆਂ ਕਵਰ ਹੋਣਗੀਆਂ। ਪ੍ਰੈਕਟਿਸ PDFs ਮੈਂ ਪ੍ਰੋਵਾਈਡ ਕਰਵਾਊਂਗਾ।
ਚੈਪਟਰ ਵਾਈਜ਼ ਪੀਡੀਐਫਸ ਹੋਣਗੇ, ਰੈਗੂਲਰ ਡਾਊਟ ਸੈਕਸ਼ਨ ਟੈਸਟ ਹੁੰਦੇ ਜਾਣਗੇ, ਨਵੇਂ ਪੈਟਰਨ ਦੇ ਉੱਤੇ ਬੇਸਡ ਕੁਐਸਚਨਸ ਹੋਣਗੇ। ਸਭ ਤੋਂ ਇੰਪੋਰਟੈਂਟ ਚੀਜ਼ ਹੈ ਟੌਪਿਕ ਵਾਈਜ਼ ਸਾਰੇ ਦਾ ਸਾਰਾ ਸਿਲੇਬਸ ਕਵਰ ਕਰਾਂਗੇ। 2.5 ਤੋਂ 3 ਮਹੀਨੇ ਦੇ ਵਿੱਚ ਮੈਂ ਮੈਥ ਦਾ ਸਾਰਾ ਸਿਲੇਬਸ ਕਵਰ ਕਰਵਾ ਦੂੰਗਾ। ਉਸ ਤੋਂ ਬਾਅਦ ਤੁਹਾਡੀ ਆਪਣੀ 1-2 ਮਹੀਨੇ ਦੀ ਮਿਹਨਤ ਹੋਊਗੀ ਕਿ ਅਸੀਂ ਜੇ ਜਨਵਰੀ ਜਾਂ ਫਰਵਰੀ ਦੇ ਵਿੱਚ ਐਗਜ਼ਾਮਸ ਦੇਖਦੇ ਹਾਂ, ਪੰਜਾਬ ਦੇ ਹੋਰ ਜਿਹੜੇ ਐਗਜ਼ਾਮਸ ਹੋਣੇ ਨੇ ਮਾਰਚ ਜਾਂ ਅਪ੍ਰੈਲ ਤੱਕ ਹੋਣਗੇ, ਤਾਂ ਅੱਜ ਤੋਂ ਇਹ ਸਾਡਾ ਸਮਾਂ ਕਿ ਅਸੀਂ 2-3 ਮਹੀਨੇ 4 ਮਹੀਨੇ ਲਾ ਕੇ ਸਾਰਾ ਸਿਲੇਬਸ ਕਵਰ ਕਰਾਂਗੇ। ਫਿਰ 2 ਮਹੀਨੇ ਦੀ ਰਿਵੀਜ਼ਨ ਹੋਊਗੀ, ਤਾਂ ਅਸੀਂ ਕੰਪੀਟ ਕਰਨ ਜੋਗੇ, ਤੇ ਸਿਰਫ ਕੰਪੀਟ ਕਰਨ ਜੋਗੇ ਨਹੀਂ, ਮਤਲਬ ਅਸੀਂ ਪਹਿਲੇ 100 ਬੱਚਿਆਂ ਦੇ ਵਿੱਚ ਆਉਣ ਜੋਗੇ ਹੋ ਜਾਵਾਂਗੇ। ਪਰ ਉਹ ਸਾਡੇ ਲਈ ਇੱਕ ਮਿਹਨਤ ਮੰਗਦੀ ਹੈ, ਤੇ ਉਹ ਮਿਹਨਤ ਅੱਜ ਤੋਂ ਸ਼ੁਰੂ ਹੋਣੀ ਹੈ। ਤਾਂ ਜਿਹੜੇ ਵਿਦਿਆਰਥੀ ਇਸ ਬੈਚ ਨੂੰ ਲੈਣਾ ਚਾਹੁੰਦੇ ਨੇ ਉਹ ਸਿੱਧਾ ਇਸ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਜਾਣਗੇ। ਇਸ ਵੀਡੀਓ ਦੀ ਜਿਹੜੀ ਤੁਸੀਂ YouTube ਤੇ ਵੀਡੀਓ ਦੇਖ ਰਹੇ ਹੋ, ਚਾਹੇ ਮੋਬਾਈਲ ਤੇ ਚਾਹੇ ਲੈਪਟਾਪ ਤੇ, ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਜ਼ੂਮ ਕਰਕੇ ਰੱਖਿਆ ਹੋਏਗਾ। ਇਹੋ ਜਿਹਾ ਕੁਝ ਦਿਖੂਗਾ। ਸਭ ਤੋਂ ਪਹਿਲਾਂ A to Z ਪੰਜਾਬ ਬੈਚ ਹੈ, ਜਿਹੜਾ ਮਾਸਟਰ ਕੋਰਸ ਮੈਂ ਦੱਸਿਆ ਪੰਜਾਬ ਵਾਲੇ ਬੱਚੇ ਕਰਨਾ ਚਾਹੁੰਦੇ ਨੇ, ਉਹਦੀ ਆਨਲਾਈਨ ਤੇ ਆਫਲਾਈਨ ਤੁਸੀਂ ਉਹਨੂੰ ਜੁਆਇਨ ਕਰ ਸਕਦੇ ਹੋ। ਮੈਂ ਇਹਦੀ ਫੀਸ ਦੱਸ ਦਿੰਦਾ ਤੁਹਾਨੂੰ ਕਿ ਪੰਜਾਬ ਵਾਲਿਆਂ ਦੀ ਆਨਲਾਈਨ ਫੀਸ ਹੈ 4000 ਤੇ ਆਫਲਾਈਨ ਫੀਸ ਹੈ 5000। ਪਿਛਲੀ ਵਾਰ ਇਹ 8000 ਸੀ ਜਿਹੜੀ ਆਫਲਾਈਨ ਫੀਸ ਸੀ, ਇਸ ਵਾਰ 5000 ਹੈ। ਤੁਸੀਂ ਇਹਨਾਂ ਲਿੰਕਸ ਰਾਹੀਂ ਡਾਇਰੈਕਟਲੀ ਬੈਚਾਂ ਦੇ ਵਿੱਚ ਜੁੜ ਸਕਦੇ ਹੋ। ਤੇ ਜੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਪੇਪਰ ਤੁਸੀਂ ਮਤਲਬ ਭਰਿਆ ਹੋਇਆ ਤੇ ਉਹਦੀ ਤਿਆਰੀ ਕਰਨੀ ਹੈ, ਤਾਂ ਆਨਲਾਈਨ ਤੇ ਆਫਲਾਈਨ ਦੋਨਾਂ ਦੀ ਫੀਸ ਹੀ 3000 ਹੈ। ਚੰਡੀਗੜ੍ਹ ਵਾਲੇ ਬੱਚੇ ਲੋਕਲ ਸਾਡੇ ਕੋਲ ਇੱਥੇ 25 ਸੈਕਟਰ ਦੇ ਵਿੱਚ, ਮਤਲਬ ਵੈਸੇ ਸਾਰੇ ਬੱਚੇ ਜਿਹੜੇ ਆਫਲਾਈਨ ਜੁਆਇਨ ਕਰਨਗੇ 25 ਸੈਕਟਰ ਦੇ ਵਿੱਚ ਤੁਸੀਂ ਇੱਥੇ ਆ ਕੇ ਜੁਆਇਨ ਕਰ ਸਕਦੇ ਹੋ। ਤੇ ਜੇ ਤੁਸੀਂ ਕੱਲਾ ਮੈਥ ਲੈਣਾ ਤਾਂ ਕੱਲੇ ਮੈਥ ਦਾ ਵੀ ਆਨਲਾਈਨ 1200 ਰੁਪਏ ਤੇ ਆਫਲਾਈਨ 2000 ਰੁਪਏ ਦੇ ਵਿੱਚ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਇਹ ਮੋਟਾ ਜਿਹਾ ਇੱਕ ਕ੍ਰਾਈਟੇਰੀਆ ਸੀਗਾ ਜਿਹਦੇ ਵਿੱਚ ਕਿ ਬੱਚੇ ਬਾਰ-ਬਾਰ ਪੁੱਛ ਰਹੇ ਸੀ ਕਿ ਸਾਡਾ ਸ਼ੈਡਿਊਲ ਕੀ ਰਹਿਣ ਵਾਲਾ ਹੈਗਾ, ਅਸੀਂ ਕਲਾਸਿਸ ਕਿਵੇਂ ਅਟੈਂਡ ਕਰਨੀਆਂ ਨੇ, ਜਿਹੜੇ ਬੱਚਿਆਂ ਨੇ ਦੋਨੇ ਪਾਸੇ ਕਲਾਸਾਂ ਅਟੈਂਡ ਕਰਨੀਆਂ ਨੇ ਉਹਨਾਂ ਦੇ ਲਈ ਮਤਲਬ ਕਿਵੇਂ ਸੌਖਾ ਰਹੂਗਾ ਔਖਾ ਰਹੂਗਾ। ਤਾਂ ਇਹ ਮੈਂ ਤਰੀਕਾ ਦੱਸਿਆ ਕਿ ਜਿਹੜੇ ਸਾਡੇ ਕਾਮਨ ਸਬਜੈਕਟਸ ਨੇ, ਅਸੀਂ ਪਹਿਲਾਂ ਕਾਮਨ ਸਬਜੈਕਟਸ ਕਵਰ ਕਰਾਂਗੇ। ਕਾਮਨ ਸਬਜੈਕਟਸ ਕਿਹੜੀ ਸਲੋਟ ਦੇ ਵਿੱਚ ਕਿਹੜਾ ਸਬਜੈਕਟ ਹੋਊਗਾ ਉਹ ਮੈਂ ਸਮਝਾਇਆ, ਤੇ ਉਸ ਤੋਂ ਬਾਅਦ ਫਿਰ ਪੰਜਾਬ ਵਾਲਿਆਂ ਲਈ ਜਿਹੜਾ ਸਬਜੈਕਟ ਇੰਪੋਰਟੈਂਟ ਹੈ, ਮਤਲਬ ਜਿਹੜਾ ਪੰਜਾਬ ਵਾਲੇ ਪੇਪਰਾਂ ਲਈ ਰੈਲੇਵੈਂਟ ਸਬਜੈਕਟ ਹੈ, ਉਹ ਇੱਕ ਸਲੋਟ ਦੇ ਵਿੱਚ ਹੋਊਗਾ। ਜਿਹੜਾ ਚੰਡੀਗੜ੍ਹ ਵਾਲੇ ਲਈ ਰੈਲੇਵੈਂਟ ਹੈ, ਜਿਵੇਂ ਸਟੈਟਸ ਹੋ ਗਿਆ, ਚੰਡੀਗੜ੍ਹ ਹਿਸਟਰੀ ਹੋ ਗਈ, ਉਹ ਵੱਖਰੀ ਸਲੋਟ ਦੇ ਵਿੱਚ ਹੋਣਗੇ। ਤਾਂ ਮਗਰਲੀਆਂ ਸਲੋਟਸ ਦੇ ਵਿੱਚ ਤੁਹਾਡਾ ਉਹ ਸਾਰੇ ਦਾ ਸਾਰਾ ਕਵਰ ਹੋਊਗਾ। ਸਾਲ ਦਾ ਕਰੰਟ ਅਫੇਅਰ ਹੋਊਗਾ, ਸਟੈਟਿਕ ਜੀਕੇ ਸਾਰੀ ਹੋਊਗੀ, ਉਹ A to Z ਚੀਜ਼ਾਂ ਜਿਹੜੀਆਂ ਅੱਜ ਕੱਲ੍ਹ ਪੇਪਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਵਰ ਹੋਣਗੀਆਂ। ਤਾਂ ਇਹ ਮੋਟੀ ਜਿਹੀ ਜਾਣਕਾਰੀ ਸੀ। ਜਿਹੜੇ ਵਿਦਿਆਰਥੀ ਇਸ ਬੈਚ ਨੂੰ ਖਰੀਦਣਗੇ ਉਹ ਡਾਇਰੈਕਟ ਪੇਮੈਂਟਸ ਇਹਨਾਂ ਲਿੰਕਸ ਤੋਂ ਕਰਕੇ WhatsApp ਗਰੁੱਪਸ ਦੇ ਵਿੱਚ ਆਪਣੇ ਆਪ ਜੁਆਇਨ ਹੋ ਜਾਣਗੇ। ਸੋਮਵਾਰ ਨੂੰ ਜਿਹੜੀ ਕਲਾਸ ਹੋਣੀ ਹੈ ਤੁਹਾਡੀ ਜ਼ੂਮ ਤੇ ਹੋਊਗੀ। ਸ਼ਨੀਵਾਰ ਜਾਂ ਐਤਵਾਰ ਤੱਕ ਤੁਹਾਨੂੰ WhatsApp ਗਰੁੱਪ ਦੇ ਵਿੱਚ ਉਹ ਜ਼ੂਮ ਦੇ ਲਿੰਕ ਮਿਲ ਜਾਣਗੇ। ਬਸ ਤੁਸੀਂ 9:30 ਵਜੇ ਜੇ ਕਲਾਸ ਹੈ ਤਾਂ ਤੁਸੀਂ 9:30 ਵਜੇ ਉਸ ਲਿੰਕ ਤੇ ਕਲਿੱਕ ਕਰਨਾ, ਆਪਦਾ ਰੋਟੀ ਪਾਣੀ ਜੀ ਛਕ ਕੇ ਸਿੱਧਾ ਬਹਿ ਜਾਣਾ ਹੈਗਾ, ਤੇ ਫਿਰ ਲਗਾਤਾਰ ਆਪਦਾ 3-4 ਮਹੀਨੇ ਦੀ ਮਿਹਨਤ ਮਾਰਨੀ ਹੈ। ਪੂਰਾ ਬੈਚ ਕਵਰ ਹੋਊਗਾ। ਬੈਚ ਦਾ ਮੁੱਲ ਮੁੜੂਗਾ, ਮਤਲਬ ਤੁਹਾਨੂੰ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਬੈਚ ਜੁਆਇਨ ਕੀਤਾ ਕੁਝ ਖੱਟਿਆ ਹੈਗਾ, ਤਾਂ 3-4 ਮਹੀਨੇ ਦੇ ਵਿੱਚ ਤੁਸੀਂ ਜਿਵੇਂ ਸਾਨੂੰ YouTube ਤੇ ਰੈਂਡਮਲੀ ਕੁਝ ਵੀ ਪੜਾਉਂਦੇ ਦੇਖਦੇ ਹੋ, ਇੱਥੇ ਫੁੱਲ ਸਿਲੇਬਸ ਬੈਚ ਦੇ ਵਿੱਚ ਬਹੁਤ ਯੋਜਨਾਬੱਧ ਤਰੀਕੇ ਨਾਲ, ਬਹੁਤ ਤਰੀਕੇ ਨਾਲ ਚੀਜ਼ਾਂ ਨੂੰ ਪੜਾਉਂਦੇ ਹੋਏ, ਸਿਲੇਬਸ ਨੂੰ ਕਵਰ ਕਰਦੇ ਹੋਏ ਦੇਖੋਗੇ। ਮਤਲਬ ਤੁਹਾਡਾ ਇਵੈਂਚੁਅਲੀ ਇਹ ਫਾਇਦਾ ਹੋਊਗਾ ਕਿ ਤੁਸੀਂ ਜਿਹੜੇ ਪੇਪਰ ਦੇ ਲਈ ਬਹੁਤ ਸੀਰੀਅਸ ਹੋ ਕੇ ਤਿਆਰੀ ਕਰਨ ਦੀ ਇੱਛਾ ਰੱਖਦੇ ਸੀਗੇ, ਉਹ ਤਿਆਰੀ ਦੇ ਵਿੱਚ ਇਹ ਬੈਚ ਕੁਝ ਯੋਗਦਾਨ ਪਾਉਣਗੇ। ਅਗਲੇ ਸਮੇਂ ਦੇ ਵਿੱਚ ਤੁਸੀਂ ਪੇਪਰ ਕੱਢਣ ਜੋਗੇ ਹੋਵੋਗੇ ਇਨਸ਼ਾਅੱਲਾ। ਉਮੀਦ ਕਰਦੇ ਹਾਂ ਕਿ ਛੇਤੀ ਤੁਸੀਂ ਆਪਣੇ ਜਿਹੜੀ ਵੀ ਜੌਬ ਦਾ, ਜਿਹੜੀ ਵੀ ਨੌਕਰੀ ਦਾ ਤੁਸੀਂ ਸੁਪਨਾ ਲਿਆ ਹੈਗਾ, ਉਹ ਛੇਤੀ ਸਾਕਾਰ ਹੋਊਗਾ। ਅਗਲੇ ਸੈਸ਼ਨ ਦੇ ਵਿੱਚ ਮਿਲਾਂਗੇ ਬਾਈ, ਧੰਨਵਾਦ।